ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੈਲੀਵਿਜ਼ਨ, ਪੰਜਾਬੀਆਂ ਦਾ ਇੰਟਰਨੈਸ਼ਨਲ ਚੈਨਲ। ਮਨਜੀਤ ਸਿੰਘ ਫਿਰਮਨ ਵੱਲੋਂ ਆਪ ਸਭਨਾਂ ਨੂੰ ਪਿਆਰ, ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਅੱਜ ਦਾ ਪ੍ਰੋਗਰਾਮ ਐਡਮਿੰਟਨ ਡੇਅਰੀ ਲੈ ਕੇ ਹਾਜ਼ਰ ਹਾਂ ਜੀ। ਹਰ ਹਫਤੇ ਦੀ ਤਰ੍ਹਾਂ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਚਲੰਤ ਮੁੱਦਿਆਂ ਉੱਪਰ ਗੱਲਬਾਤ ਕਰਨ ਦੇ ਲਈ ਸਾਡੀ ਟੀਮ ਦੇ ਅਹਿਮ ਮੈਂਬਰ ਸਰਦਾਰ ਗੁਰਿੰਦਰ ਸਿੰਘ ਜੀ ਸਟੂਡੀਓ ਵਿੱਚ ਪਹੁੰਚ ਚੁੱਕੇ ਹਨ। ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਕਿਹੜੇ-ਕਿਹੜੇ ਮੁੱਦਿਆਂ ਉੱਪਰ ਅੱਜ ਗੱਲਬਾਤ ਕੀਤੀ ਜਾਵੇਗੀ। ਸਭ ਤੋਂ ਪਹਿਲਾਂ ਅਲਬਰਟਾ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਗਿਆ ਹੈ। ਇਸ ਬਜਟ ਦਾ ਅਰਥ ਵਿਵਸਥਾ ਉੱਪਰ ਕੀ ਪ੍ਰਭਾਵ ਪੈ ਸਕਦਾ ਹੈ, ਇਹ ਗੱਲਬਾਤ ਕਰਾਂਗੇ। ਰਾਕੇਸ਼ ਟਿਕੈਤ ਜੀ ਨੇ ਰਾਜਨਾਥ ਸਿੰਘ ਨੂੰ ਪਿੰਜਰੇ ਦਾ ਤੋਤਾ ਕਿਉਂ ਕਿਹਾ, ਇਸ ਬਾਬਤ ਵੀ ਗੱਲਬਾਤ ਹੋਵੇਗੀ। ਔਰ ਨਾਲ ਦੇ ਨਾਲ ਭਾਰਤ ਦੇ ਇੱਕ ਅਹਿਮ ਸਟੇਡੀਅਮ ਦਾ ਨਾਮ ਤਬਦੀਲ ਕਰ ਦਿੱਤਾ ਗਿਆ ਹੈ, ਇਸ ਬਾਰੇ ਵੀ ਗੱਲਬਾਤ ਹੋਏਗੀ। ਸੋ ਸਭ ਤੋਂ ਪਹਿਲਾਂ ਆਓ ਜੀ ਆਪਣੇ ਮਹਿਮਾਨ ਦਾ ਸਵਾਗਤ ਕਰ ਲੈਂਦੇ ਹਾਂ। ਭਾਜੀ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਭਾਜੀ ਅੱਜ ਅਲਬਰਟਾ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਗਿਆ ਜੀ, ਕਾਫੀ ਵੱਡੀ ਖਬਰ ਆ। ਬਿਲਕੁਲ ਜੀ। ਔਰ ਖਾਸ ਕਰਕੇ ਬਜਟ ਦੀ ਅਹਿਮੀਅਤ ਹੋਰ ਵੱਧ ਜਾਂਦੀ ਆ ਜਦੋਂ ਕੋਵਿਡ ਵਰਗੇ ਹਾਲਾਤਾਂ ਦੇ ਵਿੱਚ ਦੁਨੀਆ ਭਰ ਦੇ ਵਿੱਚ ਸਰਕਾਰਾਂ ਦੇ ਉੱਪਰ ਐਕਸਟਰਾ ਜਿਹੜੇ ਫਾਈਨੈਂਸ਼ੀਅਲ ਜਿਹੜੇ ਬੋਝ ਨੇ ਉਹ ਪਏ ਹੋਣ। ਤੇ ਗੱਲਬਾਤ ਕਰਦੇ ਹਾਂ ਜੀ ਕੁਝ ਅੰਕੜਿਆਂ ਤੋਂ ਨਾਲ। ਠੀਕ। ਫਾਈਨਾਂਸ ਮਿਨਿਸਟਰ ਨੇ ਅਲਬਰਟਾ ਦੇ ਟ੍ਰੈਵਿਸ ਸਟੋਰਸ, ਹਾਂਜੀ, ਉਹਨਾਂ ਵੱਲੋਂ ਬਜਟ ਪੇਸ਼ ਕੀਤਾ ਗਿਆ ਜੀ। ਔਰ ਜਿਵੇਂ ਕਿ ਅਲਬਰਟਾ ਦੇ ਪ੍ਰੀਮੀਅਰ ਜੇਸਨ ਕੇਨੀ ਵੱਲੋਂ ਪ੍ਰੋਮਿਸ ਕੀਤਾ ਗਿਆ ਸੀ ਕਿ ਨਵੇਂ ਟੈਕਸ ਨਹੀਂ ਲਗਾਏ ਜਾਣਗੇ ਅਲਬਰਟਨਸ ਦੇ ਉੱਪਰ, ਸੋ ਨਹੀਂ ਲਗਾਏ ਗਏ। ਬਹੁਤ ਬਿਹਤਰ ਜੀ, ਇਹ ਇੱਕ ਚੰਗੀ ਗੱਲ ਆ। ਚੰਗੀ ਗੱਲ ਹੈ ਜੀ, ਬਿਲਕੁਲ। ਉਸ ਤੋਂ ਅੱਗੇ ਗੱਲ ਕਰਦੇ ਹਾਂ ਜੀ, ਜੇ ਆਪਾਂ ਰੈਵਨਿਊਜ਼ ਦੀ ਗੱਲ ਕਰੀਏ, ਐਸਟੀਮੇਟ ਕੀਤਾ ਗਿਆ ਵਾ ਕਿ 43.7 ਬਿਲੀਅਨ ਡਾਲਰ ਦੇ ਰੈਵਨਿਊਜ਼ ਕਲੈਕਟ ਕੀਤੇ ਜਾ ਸਕਦੇ ਨੇ ਆਉਣ ਵਾਲੇ ਸਾਲ ਦੇ ਵਿੱਚ। ਠੀਕ ਹੈ ਜੀ। ਜੀਡੀਪੀ ਦੀ ਜਿਹੜੀ ਐਕਸਪੈਕਟਡ ਗਰੋਥ ਰੇਟ ਆ, ਹਾਂਜੀ, ਉਹ ਇਹਨਾਂ ਨੇ ਰੱਖੀ ਹੈ ਜੀ 4.8%। ਠੀਕ। ਜਦ ਕਿ ਪਿਛਲੇ ਸਾਲ ਦੀ ਅਗਰ ਗੱਲ ਕਰੀਏ ਤੇ ਲਗਭਗ 7% ਦੇ ਕਰੀਬ ਸੀਗੀ ਪਹਿਲਾਂ। ਹਾਂਜੀ, ਇਹ ਐਕਸਪੈਕਟ ਕੀਤਾ ਜਾਂਦਾ ਸੀ ਕਿ ਅਸੀਂ ਇੰਨੇ ਤੇ ਗਰੋ ਕਰਾਂਗੇ ਜੀ। ਹਾਂਜੀ, ਲੇਕਿਨ ਹੁਣ ਇਹਨੂੰ ਰਿਵਾਈਜ਼ ਕਰਕੇ ਘਟਾਇਆ ਗਿਆ ਜੀ। ਔਰ ਇਸੇ ਤਰ੍ਹਾਂ ਜੇ ਇਧਰ ਘਟਾਈ ਗਈ ਹੈ ਗਰੋਥ ਰੇਟ, ਤੇ ਜਿਹੜਾ ਸਾਡਾ ਡੈਫੀਸਿਟ ਸੀਗਾ, ਜਿਹਨੂੰ ਘਾਟੇ ਦਾ ਬਜਟ ਕਹਿ ਦਿੰਦੇ ਆ, ਉਹ ਫਿਰ ਵਧੇਗਾ ਜੀ, ਉਹ ਵਧੇਗਾ। ਹਾਂਜੀ। ਸੋ 3 ਬਿਲੀਅਨ ਡਾਲਰ ਵਧਾ ਕੇ ਇਹਨੂੰ 18.2 ਬਿਲੀਅਨ ਕਰ ਦਿੱਤਾ ਗਿਆ। ਠੀਕ ਹੈ ਜੀ। ਨੈਚੁਰਲੀ ਹੁਣ ਜੇ ਘਾਟੇ ਦਾ ਬਜਟ ਆ ਤੇ ਫਿਰ ਸਾਨੂੰ ਕਰਜ਼ਾ ਵੀ ਲੈਣਾ ਪਊਗਾ ਜੀ। ਬਿਲਕੁਲ ਜੀ। ਤੇ ਉਹਦੇ ਨਾਲ ਡੈਟ ਜਿਹੜਾ ਵਾ ਉਹ ਵੱਧ ਕੇ ਸਾਡਾ ਜਿਹੜਾ ਹੈ ਲਗਭਗ 116 ਬਿਲੀਅਨ ਡਾਲਰ ਹੋ ਜਾਏਗਾ ਜੀ। ਠੀਕ ਹੈ ਜੀ। ਔਰ ਇਸੇ ਤਰ੍ਹਾਂ ਅਗਰ ਜੇ ਇਹ ਘਾਟੇ ਦਾ ਬਜਟ ਜਾਈ ਜਾਂਦਾ ਤੇ ਜਿਹੜਾ ਇੱਕ ਹੋਰ ਐਸਟੀਮੇਟ ਦਿੱਤਾ ਹੈ ਸਰਕਾਰ ਵੱਲੋਂ ਵੀ 2023-24 ਤੱਕ ਇਹ ਜਿਹੜਾ ਡੈਟ ਹੈ ਉਹ 132.5 ਬਿਲੀਅਨ ਡਾਲਰ ਤੱਕ ਹੋ ਸਕਦਾ। ਸੋ ਇੱਥੇ ਮੇਰਾ ਸਵਾਲ ਇਹ ਹੈ ਕਿ ਜਿਹੜੇ ਰੈਵਨਿਊਜ਼ ਘਟ ਰਹੇ ਨੇ, ਹਾਂਜੀ, ਜਾਂ ਜਿਹੜੇ ਸਾਡੇ ਡੈਟ ਵਧ ਰਹੇ ਨੇ, ਘਾਟੇ ਦਾ ਬਜਟ ਆ, ਕੀ ਜਿਹੜੀ ਕੀਸਟੋਨ ਐਕਸਲ ਪਾਈਪਲਾਈਨ ਅਮਰੀਕਨ ਗਵਰਨਮੈਂਟ ਵੱਲੋਂ ਰਿਜੈਕਟ ਕਰ ਦਿੱਤੀ ਗਈ, ਕੈਂਸਲ ਕਰ ਦਿੱਤੀ ਗਈ ਹੈ, ਉਹਦਾ ਕੋਈ ਇਹਦੇ ਨਾਲ ਸੰਬੰਧ, ਉਹਦਾ ਇਹਦੇ ਉੱਪਰ ਕੋਈ ਪ੍ਰਭਾਵ ਪੈ ਸਕਦਾ ਜੀ? ਬਿਨਾਂ ਸ਼ੱਕ ਮਨਜੀਤ ਸਿੰਘ ਜੀ, ਪ੍ਰਭਾਵ ਤਾਂ ਕਿਉਂਕਿ ਅਸੀਂ ਇਹਨੂੰ ਕਿਉਂਕਿ ਜਿਸ ਖਿੱਤੇ 'ਚ ਅਸੀਂ ਬੈਠੇ ਹਾਂ ਜੀ, ਇਹਨੂੰ ਆਇਲ ਕੰਟਰੀ ਕਿਹਾ ਜਾਂਦਾ ਜੀ। ਬਿਲਕੁਲ, ਤੇਲ ਦਾ ਦੇਸ਼ ਕਿਹਾ ਜਾਂਦਾ ਹੈ। ਆਇਲ ਕੈਪੀਟਲ ਆਫ ਕੈਨੇਡਾ ਜੀ। ਔਰ ਅਗਰ ਅਸੀਂ ਇਹ ਕਹਿ ਦਈਏ ਕਿ ਆਇਲ ਕੈਪੀਟਲ ਆਫ ਨਾਰਥ ਅਮਰੀਕਾ, ਤਾਂ ਇਹ ਵੀ ਕੋਈ ਬਹੁਤ ਵੱਡੀ ਗੱਲ ਨਹੀਂ ਕਿ ਬਹੁਤ ਵੱਡੇ ਆਪਣੇ ਜਿਹੜੀ ਮਿਕਦਾਰ ਦੇ ਵਿੱਚ ਤੇਲ ਜਿਹੜਾ ਅਲਬਰਟਾ ਤੋਂ ਅਮਰੀਕਾ ਤੱਕ ਜਾਂਦਾ ਹੈ। ਬਿਲਕੁਲ। ਲੇਕਿਨ ਤੁਸੀਂ ਗੱਲ ਕਰ ਰਹੇ ਸੀ ਕੀਸਟੋਨ ਐਕਸਲ ਪਾਈਪਲਾਈਨ, ਜਿਹੜੀ ਕਿ ਹੁਣੇ ਆਪਣੇ ਜੋ ਬਾਈਡਨ ਸਾਹਿਬ ਨੇ ਕੈਂਸਲ ਕੀਤੀ, ਵੀਟੋ ਕੀਤਾ, ਅਤੇ ਉਹਨਾਂ ਨੇ ਪ੍ਰੋਜੈਕਟ ਨੂੰ ਸਕ੍ਰੈਪ ਕਰਨ ਦੀ ਗੱਲ ਕੀਤੀ ਹੈ। ਇਹ ਪ੍ਰੋਜੈਕਟ ਦੀ ਲੰਬੀ ਹਿਸਟਰੀ, ਉਸ ਪਾਸੇ ਆਪਾਂ ਨੂੰ ਜਾਣ ਦੀ ਲੋੜ ਨਹੀਂ। ਲੇਕਿਨ ਇਸ ਦੇ ਅਸਾਰ ਬਿਨਾਂ ਸ਼ੱਕ ਜਿਹੜੇ ਅਲਬਰਟਾ ਦਾ ਬਜਟ ਹੈ, ਜਾਂ ਜਿਵੇਂ ਤੁਸੀਂ ਘਾਟੇ ਦੀ ਗੱਲ ਕੀਤੀ, ਉਹ 'ਤੇ ਜ਼ਰੂਰ ਪੈਣਗੇ। ਲੇਕਿਨ ਮੈਂ ਇਹ ਕਹਿਣਾ ਚਾਹਾਂਗਾ ਕਿ ਸਿਰਫ ਇੱਕ ਇਹ ਪਾਈਪਲਾਈਨ ਦੀ ਗੱਲ ਨਹੀਂ ਹੈ ਜੀ। ਜਿਹੜਾ ਕੱਚਾ ਤੇਲ ਹੈ ਉਸ ਦੀਆਂ ਕੀਮਤਾਂ ਦੁਨੀਆ ਦੇ ਵਿੱਚ ਤਕਰੀਬਨ ਪਿਛਲੇ ਈਵਨ ਅਗਰ ਜੇ ਤੁਸੀਂ ਇਸ ਦੇ ਅੰਕੜੇ ਦੇਖੋ ਜਾਂ ਇਸ ਦੀ ਹਿਸਟਰੀ ਦੇਖੋ, ਤੇ ਕੋਵਿਡ ਦੇ ਦੌਰ ਤੋਂ ਪਹਿਲਾਂ ਹੀ ਜਿਹੜੀ ਇੱਕ ਵਾਰ ਸੀਗੀ, ਆਇਲ ਪ੍ਰਾਈਸ ਵਾਰ ਉਸ ਨੂੰ ਕਿਹਾ ਜਾਂਦਾ ਹੈ। ਬਿਲਕੁਲ। ਜਿਹਦੇ ਵਿੱਚ ਰਸ਼ੀਆ ਤੇ ਓਪੈਕ ਜਿਹੜਾ ਆਇਲ ਪ੍ਰੋਡਿਊਸਿੰਗ ਕੰਟਰੀਜ਼ ਦੀ ਇੱਕ ਜਿਹੜੀ ਸੰਗਠਿਤ ਉਹਨਾਂ ਦੀ ਸੰਸਥਾ ਹੈ, ਉਹਨਾਂ ਦੇ ਵਿੱਚ ਇੱਕ ਲੜਾਈ ਇਸ ਤਰ੍ਹਾਂ ਦੀ ਸੀ, ਜਿਹੜੀ ਕਿ ਅਮਰੀਕਨ ਜਿਹੜੇ ਆਇਲ ਪ੍ਰੋਡਿਊਸਰ ਨੇ ਉਹਨਾਂ ਨੂੰ ਇੱਕ ਦੂਜੇ ਨੂੰ ਮਾਰਕੀਟ 'ਚੋਂ ਬਾਹਰ
ਜਿਹੜਾ ਹੈ ਕੱਢਣ ਦੀ ਲੜਾਈ ਕਰਕੇ ਤੇਲ ਦੀਆਂ ਕੀਮਤਾਂ ਕੋਵਿਡ ਤੋਂ ਪਹਿਲਾਂ ਹੀ ਕਾਫੀ ਘੱਟ ਸਨ, ਬਹੁਤ ਘੱਟ ਗਈਆਂ ਸੀ। ਅਗਰ ਤੁਸੀਂ ਜਨਵਰੀ ਦਸੰਬਰ ਦੀ ਗੱਲ ਕਰੋ 30 35 40 ਡਾਲਰ ਤੇ ਆਇਲ ਪ੍ਰਾਈਸ ਸੀ। ਬਿਲਕੁਲ। ਸੋ ਬਿਨਾਂ ਸ਼ੱਕ ਜਦੋਂ ਆਇਲ ਪ੍ਰਾਈਸ ਡਿੱਗਦੀ ਹੈ, ਇਸ ਦੇ ਨਾਲ ਨਾਲ ਨੈਚੁਰਲ ਗੈਸ ਦੀ ਪ੍ਰਾਈਸ ਡਿੱਗਦੀ ਹੈ ਤੇ ਅਲਬਰਟਾ ਦਾ ਸਿੱਧਾ ਅਸਰ ਪੈਂਦਾ ਹੈ। ਬਿਲਕੁਲ। ਔਰ ਮੈਂ ਇਹ ਕਹਾਂਗਾ ਕਿ ਇਸ ਦਾ ਅਸਰ ਸਿਰਫ ਅਲਬਰਟਾ ਤੇ ਨਹੀਂ, ਮੇਰੇ ਖਿਆਲ ਸਾਡੇ ਸੁਣਨ ਵਾਲੇ ਜਾਂ ਸਾਡੇ ਵੇਖਣ ਵਾਲੇ ਜਿਹੜੇ ਇਹ ਦੇਰ ਤੋਂ ਇਸ ਦੇ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਇਹ ਗੱਲ ਦਾ ਪਤਾ ਹੋਵੇਗਾ ਕਿ 2006-07 ਦੇ ਵਿੱਚ ਜਦੋਂ ਕੈਨੇਡੀਅਨ ਡਾਲਰ ਅਮਰੀਕਨ ਡਾਲਰ ਦੇ ਬਰਾਬਰ ਹੋਇਆ ਸੀ ਤਾਂ ਉਸ ਦਾ ਇਹੀ ਕਾਰਨ ਸੀ ਕਿ ਕਿਉਂਕਿ ਤੇਲ ਦੀ ਕੀਮਤ ਬਹੁਤ ਚੰਗੀ ਸੀ, ਅਲਬਰਟਾ ਬਹੁਤ ਵਧੀਆ ਕਰ ਰਿਹਾ ਸੀ ਤੇ ਉਸ ਦੇ ਨਾਲ ਸਮੁੱਚੇ ਕੈਨੇਡਾ ਦੀ ਇਕਨੋਮੀ ਬਹੁਤ ਵਧੀਆ ਕਰ ਰਹੀ ਸੀ। ਬਿਲਕੁਲ। ਸੋ ਇਹ ਜਿਹੜਾ ਹੈ ਇਹ ਜਿਹੜਾ ਕੁੱਲ ਮਿਲਾ ਕੇ ਜਿਹੜਾ ਇਨ ਟੋਟੈਲਿਟੀ ਜਿਹੜਾ ਪ੍ਰਭਾਵ ਹੈ ਇਹ ਤੇਲ ਦੀਆਂ ਕੀਮਤਾਂ ਦੇ ਕਾਰਨ ਹੈ ਜੀ। ਸੋ ਇਹਦਾ ਇੱਕ ਸਿਰਫ ਪਾਈਪਲਾਈਨ ਦਾ ਵੀ ਜ਼ਰੂਰ ਅਸਰ ਹੈ, ਮੈਂ ਨਹੀਂ ਕਹਿੰਦਾ, ਲੇਕਿਨ ਇਸ ਦੇ ਨਾਲ ਜ਼ਿਆਦਾ ਜਿਹੜੀ ਗੱਲ ਹੈ ਉਹ ਤੇਲ ਦੀਆਂ ਕੀਮਤਾਂ ਕਰਕੇ ਜੀ। ਹਾਂਜੀ। ਤੇ ਜਦੋਂ ਆਪਾਂ ਜੀ ਗੱਲ ਕਰਦੇ ਹਾਂ ਨਾ ਖਾਸ ਕਰਕੇ ਵੈਸਟਰਨ ਕੰਟਰੀਜ਼ ਦੀ, ਕੈਨੇਡਾ ਦੀ, ਅਮਰੀਕਾ ਦੀ, ਬਿਲਕੁਲ, ਤੇ ਜਦੋਂ ਅਸੀਂ ਬਜਟ ਦਾ ਕੰਪੈਰੀਜ਼ਨ ਕਰਦੇ ਹਾਂ ਭਾਰਤ ਵਰਗੇ ਜਾਂ ਏਸ਼ੀਆ ਦੇ ਹੋਰ ਦੇਸ਼ਾਂ ਦੇ ਨਾਲ, ਤੇ ਤੁਸੀਂ ਨੋਟ ਕੀਤਾ ਹੋਊਗਾ ਕਿ ਸਿੱਖਿਆ ਤੇ ਸਿਹਤ ਇਹ ਦੋ ਅਜਿਹੇ ਖੇਤਰ ਨੇ ਜਿਨ੍ਹਾਂ ਦੇ ਵਿੱਚ ਵਧੇਰੇ ਜਿਹੜਾ ਹਿੱਸਾ ਵਾ ਬਜਟ ਦਾ ਉਹ ਐਲੋਕੇਟ ਕੀਤਾ ਜਾਂਦਾ। ਹਾਂਜੀ। ਸੋ ਇਸੇ ਗੱਲ ਨੂੰ ਆਪਾਂ ਅੱਗੇ ਤੋਰਦੇ ਹਾਂ ਕਿ ਅਲਬਰਟਾ ਦੇ ਵਿੱਚ ਹੈਲਥ ਕੇਅਰ ਦੇ ਵਿੱਚ ਕੀ ਮਿਲਿਆ। ਸੋ ਅਲਬਰਟਾ ਦਾ ਜਿਹੜਾ ਬਜਟ ਹੈ ਜੀ ਹੈਲਥ ਕੇਅਰ ਦਾ 4% ਇਹਦੇ ਵਿੱਚ ਵਾਧਾ ਕੀਤਾ ਗਿਆ ਵਾ। ਠੀਕ ਹੈ ਜੀ। ਪਿਛਲੇ ਸਾਲ ਦੇ ਮੁਕਾਬਲੇ ਜ਼ਰੂਰੀ ਸੀ ਜੀ। ਹਾਂਜੀ। ਸੋ 4% ਬਣਿਆ ਜੀ $900 ਮਿਲੀਅਨ। ਠੀਕ ਹੈ ਜੀ। ਸੋ ਟੋਟਲ ਹੋ ਗਿਆ ਜੀ $21.4 ਬਿਲੀਅਨ। ਠੀਕ ਹੈ। ਇਹ ਹੈਲਥ ਸੈਕਟਰ ਦੇ ਲਈ ਐਲੋਕੇਟ ਕੀਤੇ ਗਏ ਨੇ। ਬਿਲਕੁਲ ਜੀ। ਜੇਕਰ ਗੱਲ ਕੀਤੀ ਜਾਵੇ ਅਲਬਰਟਾ ਦੀ ਹੈਲਥ ਸਰਵਿਸਿਜ਼ ਦੀ, ਅਲਬਰਟਾ ਹੈਲਥ ਕੇਅਰ ਸਰਵਿਸਿਜ਼, ਤੇ ਉਹਦੇ ਵਿੱਚ 3000 ਫੁੱਲ ਟਾਈਮ ਨਵੀਆਂ ਨੌਕਰੀਆਂ ਜਿਹੜੀਆਂ ਨੇ ਉਹ ਪੈਦਾ ਕਰਨ ਦੀ ਗੱਲ ਵੀ ਕੀਤੀ ਗਈ ਆ। ਠੀਕ ਹੈ ਜੀ। ਤੁਸੀਂ ਨੋਟ ਕੀਤਾ ਹੋਊਗਾ ਕਿ ਜਿਹੜੀਆਂ ਸਰਜਰੀਜ਼ ਹੁੰਦੀਆਂ ਨੇ ਅਲਬਰਟਾ ਦੇ ਵਿੱਚ ਉਹਦਾ ਵੇਟਿੰਗ ਟਾਈਮ ਕਾਫੀ ਹੋਇਆ ਜੀ, ਖਾਸ ਕਰਕੇ ਕੋਵਿਡ ਕਰਕੇ ਹੋਰ ਵੀ ਵੱਧ ਗਿਆ ਜੀ। ਸੋ ਉਸ ਵੇਟਿੰਗ ਟਾਈਮ ਨੂੰ ਦਰੁਸਤ ਕਰਨ ਦੇ ਲਈ, ਉਸ ਪ੍ਰਕਿਰਿਆ ਨੂੰ ਥੋੜਾ ਜਿਹਾ ਬੂਸਟ ਕਰਨ ਦੇ ਲਈ ਇੱਕ ਖਾਸ ਫੰਡ ਜਿਹੜਾ ਹੈ ਉਹ ਵੀ ਕ੍ਰੀਏਟ ਕੀਤਾ ਗਿਆ ਹੈ $120 ਮਿਲੀਅਨ ਦਾ। ਠੀਕ ਹੈ ਜੀ। ਮੈਨੂੰ ਲੱਗਦਾ ਵੀ ਇਹ ਵੀ ਇੱਕ ਵਧੀਆ ਸੰਕੇਤ ਆ। ਦੇਖੋ ਜੀ, ਬਿਨਾਂ ਸ਼ੱਕ ਜਿਹੜੀ ਹੈਲਥ ਕੇਅਰ ਹੈ ਨਾ ਜੀ, ਅਗਰ ਅਸੀਂ ਕੈਨੇਡਾ ਦੀ ਗੱਲ ਕਰਦੇ ਹਾਂ ਨਾ ਜੀ, ਤੇ ਉਸ ਦੇ ਨਾਲ, ਕਿਉਂਕਿ ਅਗਰ ਅਸੀਂ ਠੀਕ ਹੈ ਤੁਸੀਂ ਇੰਡੀਆ ਦੀ ਗੱਲ ਕੀਤੀ ਹੈ ਜਾਂ ਅਸੀਂ ਡਿਵੈਲਪਿੰਗ ਕੰਟਰੀ ਦੀ ਗੱਲ ਕੀਤੀ ਜੀ, ਲੇਕਿਨ ਮੈਂ ਡਿਵੈਲਪਡ ਕੰਟਰੀ ਦੀ ਗੱਲ ਕਰਾਂਗਾ। ਸਾਡਾ ਗੁਆਂਢੀ ਮੁਲਕ ਹੈ ਅਮਰੀਕਾ ਜੀ, ਤੇ ਸਾਨੂੰ ਪਤਾ ਹੈ ਕਿ ਉੱਥੇ ਹੈਲਥ ਕੇਅਰ ਕਿਸ ਤਰ੍ਹਾਂ ਪ੍ਰਾਈਵੇਟਾਈਜ਼ ਉੱਥੇ, ਕਿਉਂਕਿ ਸਾਰਾ ਹੱਥਾਂ ਦੇ ਵਿੱਚ ਹੈ, ਬਹੁਤ ਮਹਿੰਗੀ ਹੈ। ਅਗਰ ਉਹਦੀ ਜਿਹੜੀ ਕਾਸਟ ਹੈ, ਉਹਦੀ ਜਿਹੜੀ ਕੀਮਤ ਹੈ, ਆਮ ਵਿਅਕਤੀ ਜਿਹੜਾ ਉਸ ਦੇ ਬਾਰੇ, ਕਿਉਂਕਿ ਜਦੋਂ ਅਸੀਂ ਕਈ ਵਾਰੀ ਸੁਣਦੇ ਹਾਂ, ਕਿਉਂਕਿ ਸਾਡੇ ਸੱਜਣ ਮਿੱਤਰ ਬੜੇ ਨੇ ਉੱਥੇ, ਜਦੋਂ ਗੱਲ ਕਰਦੇ ਨੇ ਤੇ ਉਹਨਾਂ ਦੀ ਗੱਲ ਸੁਣ ਕੇ ਰੌਂਗਟੇ ਖੜੇ ਹੋ ਜਾਂਦੇ ਨੇ। ਬਿਲਕੁਲ। ਸੋ ਬਿਨਾਂ ਸ਼ੱਕ ਕੈਨੇਡਾ ਜਿਹੜਾ ਹੈ, ਇੱਥੇ ਹੈਲਥ ਕੇਅਰ ਦਾ ਜਿਹੜਾ ਸਿਸਟਮ ਹੈ ਇਹਨੂੰ ਇੱਕ ਬਹੁਤ ਵੱਡਾ ਵਰਦਾਨ ਮੰਨਿਆ ਗਿਆ ਜੀ। ਤੇ ਦੂਜੀ ਗੱਲ ਮੈਂ ਇਹ ਵੀ ਦੱਸ ਦਿਆਂ ਕਿ ਅਲਬਰਟਾ ਕਿਉਂਕਿ ਲੰਬੇ ਸਮੇਂ ਤੋਂ ਕੰਜ਼ਰਵੇਟਿਵ ਸਰਕਾਰਾਂ ਇੱਥੇ ਰਾਜ ਕਰਦੀਆਂ ਨੇ ਜੀ, ਤੇ ਸਰਕਾਰਾਂ ਦਾ ਦੁਨੀਆ ਭਰ ਦੇ ਵਿੱਚ ਇਹ ਰੁਝਾਨ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਇਸ ਤੋਂ ਖਹਿੜਾ ਛੁਡਾਇਆ ਜਾਵੇ। ਕਟਸ ਵਾਲੀ ਇਹਨੂੰ ਹੌਲੀ ਇੱਧਰ ਨੂੰ ਇਹਨੂੰ ਕਿਸੇ ਤਰ੍ਹਾਂ ਪ੍ਰਾਈਵੇਟਾਈਜ਼ ਵਾਲੇ ਪਾਸੇ ਤੋਰਿਆ ਜਾਵੇ, ਸਕੁਈਜ਼ ਕੀਤਾ ਜਾਵੇ, ਲੋਕਾਂ ਨੂੰ ਥੋੜਾ ਜਿਹਾ ਪਰੇਸ਼ਾਨ ਕੀਤਾ ਜਾਵੇ। ਲੇਕਿਨ ਮੈਨੂੰ ਇਹ ਲੱਗਦਾ ਕਿ ਇਹ ਚੰਗੀ ਖਬਰ ਹੈ, ਭਾਵੇਂ ਇਹ ਸ਼ਾਇਦ ਕੋਵਿਡ ਕਰਕੇ ਹੋਵੇ ਜੀ। ਇਹ ਮੈਂ ਉਮੀਦ ਇਹ ਕਰਦਾ ਹਾਂ ਕਿ ਇਹ ਪਰਮਾਨੈਂਟਲੀ ਇਹ ਫੋਕਸ ਹੋਵੇ ਗਵਰਨਮੈਂਟ ਦਾ ਕਿ ਜਿਹੜੀ ਹੈਲਥ ਕੇਅਰ ਹੈ ਇਹ ਬਹੁਤ ਜ਼ਰੂਰੀ ਹੈ। ਅਗਰ ਅਸੀਂ ਆਪਣੇ ਕੰਟਰੀ ਨੂੰ ਇਹ ਕਹਿ ਰਹੇ ਹਾਂ ਕਿ ਇਹਦਾ ਦੁਨੀਆ ਦੇ ਉੱਪਰਲੇ ਮੁਲਕਾਂ ਦੇ ਵਿੱਚ ਇਹਦਾ ਨਾਮ ਸ਼ੁਮਾਰ ਹੁੰਦਾ ਹੈ ਤੇ ਫਿਰ ਮੈਂ ਸਮਝਦਾ ਕਿ ਇਹ ਬੜੀ ਚੰਗੀ ਗੱਲ ਹੈ ਜੀ। ਪਰ ਮੈਂ ਇਹ ਵੀ ਦੇਖਦਾ ਜੀ ਕਿ ਜਿਹੜੀ ਹੈਲਥ ਐਂਡ ਐਜੂਕੇਸ਼ਨ ਆ ਇਹ ਕਿਸੇ ਵੀ ਸੁਸਾਇਟੀ ਦੀ, ਕਿਸੇ ਵੀ ਦੇਸ਼ ਦੀ ਬੈਕਬੋਨ ਹੁੰਦੀ ਹੈ ਜੀ। ਦੇਖੋ ਜੀ, ਗੱਲ ਇਹ ਹੈ ਕਿ ਐਜੂਕੇਸ਼ਨ ਬਿਨਾਂ ਸ਼ੱਕ ਜੀ, ਹਾਂਜੀ, ਇਹਦੇ ਵਿੱਚ ਔਰ ਹੈਲਥ ਤੁਸੀਂ ਕਿਹਾ ਦੋਨੇ ਗੱਲਾਂ। ਬਿਲਕੁਲ। ਦੇਖੋ, ਇੱਕ ਗੱਲ ਅਸੀਂ ਛੋਟੇ ਹੁੰਦਿਆਂ ਸੁਣਦੇ ਆਉਂਦੇ ਸੀ ਜੀ ਕਿ ਜਿਸ ਸੁਸਾਇਟੀ ਦੇ ਵਿੱਚ ਬਜ਼ੁਰਗਾਂ ਦੀ ਤੇ ਬੱਚਿਆਂ ਦੀ ਪਰਵਰਿਸ਼ ਵਧੀਆ ਨਹੀਂ ਜੀ ਤੇ ਬਜ਼ੁਰਗਾਂ ਦੀ ਦੇਖਭਾਲ ਵਧੀਆ ਨਹੀਂ, ਉਹ ਸੁਸਾਇਟੀ ਨੂੰ ਤੁਸੀਂ ਕੋਈ ਉਹਦੀ ਮਹੱਤਤਾ ਬਹੁਤੀ ਨਹੀਂ ਹੈ, ਵਿਕਸਿਤ ਨਹੀਂ ਹੋ ਸਕਦੇ ਉਹ। ਹਾਂਜੀ, ਉਹ ਵਿਕਸਿਤ ਨਹੀਂ ਹੋ ਸਕਦੇ। ਅਗਰ ਕਿਸੇ ਸੁਸਾਇਟੀ ਨੂੰ ਅਸੀਂ ਇਹ ਮੰਨਦੇ ਹਾਂ ਕਿ ਇਹ ਸੁਸਾਇਟੀ ਬਹੁਤ ਵਧੀਆ ਹੈ ਤਾਂ ਇਹ ਇੱਕ ਦੋ ਅਜਿਹੀਆਂ ਜਿਹੜੀਆਂ ਗੱਲਾਂ ਨੇ ਜਿਹਦੇ ਵਿੱਚ ਬੱਚਿਆਂ ਦਾ ਭਵਿੱਖ ਜਿਹੜਾ ਉਹਨਾਂ ਦੀ ਪਰਵਰਿਸ਼ ਵਧੀਆ ਹੋਵੇ ਤੇ ਬਜ਼ੁਰਗਾਂ ਦੀ ਸਾਂਭ ਸੰਭਾਲ ਕਾਫੀ। ਇਹ ਪੈਰਾਮੀਟਰਸ ਹੁੰਦੇ ਨੇ, ਇਹ ਪੈਰਾਮੀਟਰਸ, ਇਹ ਬੇਸਿਕ ਪੈਰਾਮੀਟਰ ਜੀ। ਹਾਂਜੀ, ਕਿਉਂਕਿ ਰੋਟੀ ਪਾਣੀ ਹਰੇਕ ਨੇ ਖਾਣਾ, ਦਾਲ ਫੁਲਕਾ ਛਕਣਾ ਹੈ। ਸੋ ਮੈਨੂੰ ਲੱਗਦਾ ਕਿ ਹੈਲਥ ਕੇਅਰ ਤੇ ਐਜੂਕੇਸ਼ਨ ਇਸੇ ਵਿੱਚ ਆਉਂਦੀਆਂ ਨੇ। ਚਲੋ ਜੀ, ਫਿਰ ਆਪਾਂ ਐਜੂਕੇਸ਼ਨ ਤੇ ਵੀ ਥੋੜੇ ਜਿਹੇ ਅੰਕੜੇ ਸਾਂਝੇ ਕਰ ਲੈਣ ਦਰਸ਼ਕਾਂ ਦੇ ਨਾਲ। ਹਾਂਜੀ, ਐਜੂਕੇਸ਼ਨ ਦੇ ਵਿੱਚ ਜੀ ਜਿਹੜਾ K to 12 ਕਲਾਸਿਸ ਹੁੰਦੀਆਂ ਨੇ, ਹਾਂਜੀ,
ਉਹਨਾਂ ਦੇ ਵਾਸਤੇ ਇੱਕ ਵਿਸ਼ੇਸ਼ ਜਿਹੜਾ ਹੈ ਉਹ ਬਜਟ ਦੇ ਵਿੱਚ ਹਿੱਸਾ ਰੱਖਿਆ ਗਿਆ ਕਿ 88 ਮਿਲੀਅਨ ਜਿਹੜੇ ਡਾਲਰ ਨੇ ਉਹ ਸੇਫ ਰਿਟਰਨ ਟੂ ਕਲਾਸਿਸ ਲਈ ਸਪੈਂਡ ਕੀਤੇ ਜਾਣਗੇ। ਹਾਂਜੀ। ਪਰ ਇੱਕ ਹੋਰ ਗੱਲ ਆ, ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਪੋਸਟ ਸੈਕੰਡਰੀ ਐਜੂਕੇਸ਼ਨ ਆ ਉਹਦੇ ਵਿੱਚ ਅਸੀਂ 82 ਮਿਲੀਅਨ ਡਾਲਰ ਦਾ ਕੱਟ ਲਗਾਉਣ ਜਾ ਰਹੇ ਹਾਂ। ਇੱਕ ਤਰਕ ਦਿੱਤਾ ਗਿਆ ਅਲਬਰਟਾ ਸਰਕਾਰ ਵੱਲੋਂ। ਉਹਨਾਂ ਕਿਹਾ ਕਿ ਅਸੀਂ ਕਰਵਾਇਆ ਸਰਵੇ, ਔਰ ਸਰਵੇ ਦੇ ਵਿੱਚ ਪਤਾ ਲੱਗਿਆ ਕਿ ਅਲਬਰਟਾ ਦੇ ਵਿੱਚ ਅਸੀਂ ਪਰ ਸਟੂਡੈਂਟ ਪਰ ਈਅਰ 36,500 ਡਾਲਰ ਖਰਚ ਕਰਦੇ ਹਾਂ ਸੈਕੰਡਰੀ ਸਟੂਡੈਂਟਸ। ਠੀਕ ਹੈ ਜੀ। ਔਰ ਜਿਹੜਾ ਕਿ BC ਦੇ ਸਟੂਡੈਂਟਸ ਤੋਂ 5,000 ਡਾਲਰ ਵੱਧ ਆ। ਇਸੇ ਤਰ੍ਹਾਂ ਅੰਟਾਰੀਓ ਦੇ ਵਿੱਚ ਪ੍ਰਤੀ ਬੱਚਾ ਪ੍ਰਤੀ ਸਾਲ ਦੇ ਹਿਸਾਬ ਦੇ ਨਾਲ 15,000 ਡਾਲਰ ਵੱਧ ਖਰਚ ਕਰ ਰਹੇ ਹਾਂ। ਸੋ ਕਹਿੰਦੇ ਵੀ ਸੈਕੰਡਰੀ ਸਿੱਖਿਆ ਦੇ ਉੱਪਰ ਸਾਨੂੰ ਹੋਰ ਖਰਚ ਕਰਨ ਦੀ ਲੋੜ ਨਹੀਂ। ਸੋ ਇਸ ਨੂੰ ਕਿਵੇਂ ਦੇਖਦੇ ਤੁਸੀਂ? ਦੇਖੋ ਜੀ, ਗੱਲ ਇਹ ਹੈ ਕਿ ਇੱਕ ਚੀਜ਼ ਤਾਂ ਮੇਰੇ ਖਿਆਲ ਅਸੀਂ ਸਾਰੇ ਜਾਣਦੇ ਹੀ ਹਾਂ ਜੀ, ਖਾਸ ਕਰਕੇ ਇੱਕ ਰੁਝਾਨ ਜਿਹੜਾ ਪਿਛਲੇ ਤਕਰੀਬਨ 5 ਜਾਂ 7 ਸਾਲ ਤੋਂ ਹੈ ਕਿ ਬਹੁਤ ਵੱਡੀ ਪੱਧਰ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਕੈਨੇਡਾ ਦੇ ਵਿੱਚ ਪੜ੍ਹਨ ਆ ਰਹੇ ਨੇ ਜੀ। ਆਸਟ੍ਰੇਲੀਆ ਸਭ ਤੋਂ ਪਹਿਲਾਂ ਸ਼ੁਰੂ ਹੋਇਆ ਸੀ। ਬਿਲਕੁਲ। ਲੇਕਿਨ ਪਿਛਲੇ 3-4 ਸਾਲ ਤੋਂ ਇਸ ਨੂੰ ਇੱਕ ਇੰਡਸਟਰੀ ਕਿਹਾ ਜਾਂਦਾ ਹੈ। ਵਾਕਈ ਜੀ ਬਹੁਤ ਵੱਡੀ ਇੰਡਸਟਰੀ ਹੈ। ਕਿ ਬਹੁਤ ਵੱਡੀ ਇੰਡਸਟਰੀ ਹੈ। ਬਿਲਕੁਲ। ਸੋ ਇਹ ਜਿਹੜੀ ਗੱਲ ਹੈ ਨਾ ਜੀ, ਕਿ ਜਿਹੜੀ ਕਿਉਂਕਿ ਤੁਸੀਂ ਗੱਲ ਕੀਤੀ ਹੈ ਸਕੂਲਾਂ ਦੇ ਵਿੱਚ, ਇਹ ਗੱਲ ਆਪਣੀ ਚੰਗੀ ਗੱਲ ਹੈ ਕਿ ਬੈਕ ਟੂ ਸਕੂਲ ਦੇ ਲਈ ਉਹਨਾਂ ਨੇ ਜਿਹੜੇ ਤਕਰੀਬਨ 80 ਮਿਲੀਅਨ ਰੱਖੇ ਨੇ। ਔਰ ਉਹਦੇ ਵਿੱਚ ਵੈਸੇ ਮੈਂ ਛੋਟੀ ਜਿਹੀ ਇਸ ਗੱਲ ਤੋਂ ਪਿੱਛੇ ਹੋਣਾ ਚਾਹੁੰਦਾ, ਅਸੀਂ ਵੈਸੇ ਤਾਂ ਇਹ ਗੱਲ ਕੀਤੀ ਜਾਂਦੀ ਕਿ ਇਹਨਾਂ ਮੁਲਕਾਂ ਦੇ ਵਿੱਚ ਕਿਸੇ ਕਿਸਮ ਦੀ ਕੋਈ ਜਿਹੜੇ ਫੰਡਸ ਕਿਸੇ ਚੀਜ਼ ਲਈ ਰੱਖੇ ਜਾਂਦੇ ਨੇ ਉਸੇ ਚੀਜ਼ ਤੇ ਖਰਚ ਹੁੰਦੇ ਨੇ। ਲੇਕਿਨ ਇਹਦੇ ਬਾਵਜੂਦ ਵੀ ਕਈ ਵਾਰੀ ਖਾਸ ਕਰਕੇ ਜਦੋਂ ਅਸੀਂ ਸਿਟੀ ਦੇ ਕਈ ਕੰਸਟਰਕਸ਼ਨ ਦੇ ਪ੍ਰੋਜੈਕਟ ਦੇਖੀਏ ਜਾਂ ਹੋਰ ਕਈ ਵਾਰੀ ਇਦਾਂ ਦੀਆਂ ਗੱਲਾਂ ਕਈ ਵਾਰੀ ਸੁਣਨ ਨੂੰ ਆਉਂਦੀਆਂ ਨੇ ਜਿੱਥੇ ਲੱਗਦਾ ਹੈ ਕਿ ਸਾਰਾ ਕੁਝ ਜਿਹੜਾ ਹੈ ਉਹ ਬਲੈਕ ਐਂਡ ਵਾਈਟ ਨਹੀਂ, ਕਿਤੇ ਨਾ ਕਿਤੇ ਗ੍ਰੇ ਏਰੀਆ ਵੀ ਹੈ। ਸੋ ਉਮੀਦ ਕੀਤੀ ਜਾਂਦੀ ਹੈ ਕਿ ਜਿਹੜਾ ਬੈਕ ਟੂ ਸਕੂਲ ਲਈ ਜਿਹੜੇ ਗਵਰਨਮੈਂਟ ਨੇ ਪੈਸੇ ਰੱਖੇ ਨੇ, ਜਿਹੜੇ ਰਾਖਵੇਂ ਰੱਖੇ ਨੇ, ਇਹ ਪ੍ਰੋਪਰ ਯੂਟੀਲਾਈਜ਼ ਹੋਣ। ਬਿਲਕੁਲ। ਜਿੱਥੇ ਯੂਟੀਲਾਈਜ਼ ਹੋਣੇ ਚਾਹੀਦੇ ਨੇ ਉੱਥੇ ਯੂਟੀਲਾਈਜ਼ ਹੋਣ। ਹੁਣ ਕਮਿੰਗ ਬੈਕ ਟੂ ਯੂਨੀਵਰਸਿਟੀ ਐਜੂਕੇਸ਼ਨ ਦੀ ਗੱਲ ਹੈ ਕਿ ਠੀਕ ਹੈ, ਕਟੌਤੀ ਉਹਨਾਂ ਨੇ ਇੱਕ ਸਟੈਟ ਦਿੱਤੇ ਨੇ ਕਿ BC ਨਾਲੋਂ ਅਸੀਂ ਵੱਧ ਖਰਚ ਰਹੇ ਹਾਂ, ontario ਤੋਂ ਅਸੀਂ ਵੱਧ ਖਰਚ ਰਹੇ ਹਾਂ। ਸੈਕੰਡਰੀ ਐਜੂਕੇਸ਼ਨ ਦੀ ਅਸੀਂ ਗੱਲ ਕਰਦੇ ਹਾਂ। ਗੱਲ ਇਹ ਹੈ ਕਿ ਅਲਬਰਟਾ ਦੀ ਜਿਹੜੀ ਐਜੂਕੇਸ਼ਨ ਹੈ ਜੀ, ਇਸ ਦਾ ਸਟੈਂਡਰਡ ਕਾਫੀ ਚੰਗਾ ਮੰਨਿਆ ਗਿਆ ਹੈ ਜੀ। ਔਰ ਅਗਰ ਅਸੀਂ ਸਿਰਫ ਅੰਕੜਿਆਂ ਦੇ ਨੂੰ ਮੁੱਖ ਰੱਖਦੇ ਹੋਏ ਕੁਝ ਅਸੀਂ ਫਿਗਰ ਲੈ ਕੇ ਤੇ ਫਿਰ ਅਸੀਂ ਕੁਝ ਜਿਹੜੇ ਆਪਾਂ ਪੈਸੇ ਜਿਹੜੇ ਉਹਨਾਂ ਦੀ ਬਚਤ ਕਰਦੇ ਹਾਂ, ਤਾਂ ਮੈਨੂੰ ਲੱਗਦਾ ਹੈ ਕਿ ਇਹਦੇ ਬਾਰੇ ਸ਼ਾਇਦ ਡੂੰਘੀ ਸੋਚ ਵਿਚਾਰ ਕਰਨੀ ਚਾਹੀਦੀ, ਕਿਉਂਕਿ ਗੱਲ ਫਿਰ ਉੱਥੇ ਆ ਜਾਂਦੀ ਕਿ ਇਹ ਬੱਚਿਆਂ ਦੇ ਭਵਿੱਖ ਦੀ ਗੱਲ ਹੈ ਜੀ। ਅਗਰ ਸਾਡੇ ਬੱਚਿਆਂ ਦਾ ਭਵਿੱਖ ਚੰਗਾ ਹੈ ਤਾਂ ਫਿਰ ਪ੍ਰੋਵਿੰਸ ਦਾ ਭਵਿੱਖ ਚੰਗਾ ਹੋਵੇਗਾ। ਜਿਹੜਾ ਪ੍ਰੋਵਿੰਸ ਹੈ ਜਾਂ ਕੋਈ ਨੇਸ਼ਨ ਹੈ, ਕੰਟਰੀ ਹੈ, ਉਸ ਦੇ ਬੱਚਿਆਂ ਦੀ ਜੋ ਉਹਨਾਂ ਦੀ ਕਾਬਲੀਅਤ ਹੈ ਉਸ 'ਤੇ ਮੁਨਸਰ ਕਰਦਾ ਹੈ ਜੀ। ਇੱਥੇ ਮੈਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਜੀ ਕਿ ਖਾਸ ਕਰਕੇ ਉਹਨਾਂ ਦਰਸ਼ਕਾਂ ਲਈ ਜਿਹੜੇ ਕੈਨੇਡਾ ਤੋਂ ਬਾਹਰ ਸਾਨੂੰ ਦੇਖ ਰਹੇ ਨੇ ਕਿ ਕੈਨੇਡਾ ਦੇ ਵਿੱਚ ਜਿਹੜੀ ਐਜੂਕੇਸ਼ਨ ਆ K to 12 ਇਹ ਸਟੇਟ ਸਪਾਂਸਰਡ ਹੁੰਦੀ ਹੈ ਜੀ। ਸੋ ਇਸ ਕਰਕੇ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ। ਬਿਲਕੁਲ। ਤੇ ਸਰਕਾਰਾਂ ਨੂੰ ਸੋਚ ਸਮਝ ਕੇ ਖਰਚਾ ਕਰਨਾ ਪੈਂਦਾ, ਪਰ ਫਿਰ ਵੀ ਅਸੀਂ ਲੱਕੀ ਹਾਂ, ਕਿਸਮਤ ਵਾਲੇ ਹਾਂ ਕਿ ਅਲਬਰਟਾ ਦੇ ਵਿੱਚ ਜਾਂ ਕੈਨੇਡਾ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਸਿੱਖਿਆ ਨੂੰ ਇੱਕ ਪਹਿਲ ਦੇ ਆਧਾਰ ਤੇ ਦੇਖਿਆ ਜਾਂਦਾ। ਬਿਨਾਂ ਸ਼ੱਕ। ਅਗਲੀ ਗੱਲਬਾਤ ਕਰਦੇ ਹਾਂ ਜੀ ਅਸੀਂ ਕਿ ਕੰਸਟਰਕਸ਼ਨ ਦੇ ਵਾਸਤੇ ਵੀ ਅਲਬਰਟਾ ਸਰਕਾਰ ਨੇ 1.7 ਬਿਲੀਅਨ ਡਾਲਰ ਜਿਹੜੇ ਨੇ ਰਾਖਵੇਂ ਰੱਖੇ ਨੇ। ਠੀਕ ਹੈ। ਕਿ 3 ਸਾਲਾਂ ਦੇ ਵਿੱਚ ਵੱਖ-ਵੱਖ ਕੰਸਟਰਕਸ਼ਨ ਪਲਾਨ ਕੀਤੇ ਗਏ ਨੇ। ਹਾਂਜੀ। ਜਿਹਦੇ ਨਾਲ ਕਿਆਸ ਲਗਾਈ ਜਾ ਰਹੀ ਹੈ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਰੁਜ਼ਗਾਰ ਜਿਹੜੇ ਨੇ ਉਹ ਪੈਦਾ ਹੋਣਗੇ। ਇਸੇ ਤਰ੍ਹਾਂ 500 ਮਿਲੀਅਨ ਡਾਲਰ ਦਾ ਇੱਕ ਕੰਟੀਨਜੈਂਸੀ ਫੰਡ ਤਿਆਰ ਕੀਤਾ ਗਿਆ। ਠੀਕ ਹੈ ਜੀ। ਜਿਹੜਾ ਕਿ ਇਕਨੋਮੀ ਨੂੰ ਸਟਿਮੂਲੇਟ ਕਰਨ ਦੇ ਲਈ ਯੂਜ਼ ਕੀਤਾ ਜਾਵੇਗਾ ਆਫਟਰ ਕੋਵਿਡ। ਸੋ ਇਹ ਵੀ ਕਾਫੀ ਅਹਿਮ ਖਬਰ ਹੈ ਜੀ। ਬਿਲਕੁਲ ਜੀ, ਚੰਗੀ ਗੱਲ ਹੈ। ਫਿਰ ਮੈਂ ਉਹੀ ਗੱਲ ਜਿਹੜੀ ਮੈਂ ਪਹਿਲਾਂ ਕੀਤੀ ਸੀ ਉਹਨੂੰ ਥੋੜ੍ਹਾ ਜਿਹਾ ਦੁਹਰਾਉਣਾ ਚਾਹਾਂਗਾ ਕਿ ਖਾਸ ਕਰਕੇ ਜਿਹੜੇ ਇਸ ਤਰ੍ਹਾਂ ਦੇ ਫੰਡ ਐਲੋਕੇਟ ਜਿਹੜੇ ਕੀਤੇ ਜਾਂਦੇ ਨੇ, ਚੰਗੀ ਗੱਲ ਹੈ ਬਿਨਾਂ ਸ਼ੱਕ। ਔਰ ਇਹ ਜਿਹੜਾ ਸਮਾਂ ਹੈ ਆਫਟਰ ਕੋਵਿਡ ਦੀ ਅਸੀਂ ਗੱਲ ਕਰਦੇ, ਜਦੋਂ ਹੋਪਫੁਲੀ ਸਾਰਾ ਕੁਝ ਨਾਰਮਲ ਹੋ ਜਾਏ ਜੀ, ਤੇ ਫਿਰ ਸਰਕਾਰ ਦੀ ਕੋਸ਼ਿਸ਼ ਹੋਵੇਗੀ ਕਿ ਸਾਰਾ ਕੁਝ ਬੈਕ ਔਨ ਟਰੈਕ ਹੋਵੇ, ਲੋਕ ਕੰਮਾਂ ਤੇ ਜਾਣ, ਕਿਉਂਕਿ ਅਜੇ ਤੱਕ ਵੀ ਜਿਹੜਾ ਅਨਇੰਪਲੋਇਮੈਂਟ ਰੇਟ ਹੈ ਕਾਫੀ ਹੈ ਜੀ। ਸੋ ਲੇਕਿਨ ਉਹ ਸਾਰਾ ਪ੍ਰੋਪਰਲੀ ਸਪੈਂਡ ਹੋਵੇ। ਉਹਦੇ ਨਾਲ ਅਗਰ ਅਸੀਂ ਕਿਸੇ ਚੀਜ਼ ਲਈ ਫੰਡ ਐਲੋਕੇਟ ਕਰ ਰਹੇ ਹਾਂ ਤੇ ਉਹ ਕੋਈ ਇਨਫਰਾਸਟ੍ਰਕਚਰ ਓਬਵੀਅਸਲੀ ਸਰਕਾਰ ਦਾ ਹੋਏਗਾ ਜੀ, ਉਹ ਚੰਗਾ ਇਨਫਰਾਸਟ੍ਰਕਚਰ ਬਣੇ, ਉਹਦੀ ਪ੍ਰੋਪਰ ਯੂਟੀਲਾਈਜੇਸ਼ਨ ਹੋਵੇ। ਸੋ ਚੰਗੀ ਗੱਲ ਹੈ ਜੀ। ਭਾਜੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਇੱਕ ਵਾਰ ਸਾਰੇ ਬਜਟ ਨੂੰ ਕਿਵੇਂ ਦੇਖਦੇ ਤੁਸੀਂ, ਕੀ ਐਨਾਲਿਸਿਸ ਕਰਦੇ ਜੀ? ਦੇਖੋ ਜੀ, ਮੈਂ ਥੋੜਾ ਜਿਹਾ ਵਾਪਸ ਆਉਣਾ ਚਾਹੁੰਦਾ ਆਇਲ ਐਂਡ ਗੈਸ ਵੱਲ ਜੀ। ਆਇਲ ਐਂਡ ਗੈਸ ਦੀ ਗੱਲ ਹੈ ਕਿ ਅਲਬਰਟਾ
ਨੇ ਜਿਹੜਾ ਬਜਟ ਦਿੱਤਾ ਹੈ ਇਹ ਕੰਜ਼ਰਵੇਟਿਵ ਬਜਟ ਹੈ ਥੋੜਾ ਜਿਹਾ ਜੀ, ਔਰ ਮੈਂ ਸਮਝਦਾ ਕਿ ਇਹ ਚੰਗੀ ਗੱਲ ਹੈ ਕਿ ਤੁਸੀਂ ਅਗਰ ਪੋਜ਼ਿਟਿਵ, ਤੁਸੀਂ ਪਹਿਲੇ ਅਗਰ ਇਹ ਅੰਦਾਜ਼ਾ ਲਾ ਲਓ ਕਿ ਤੇਲ ਦੀ ਕੀਮਤ ਜਿਹੜੀ ਹੈ $70-80 ਹੋ ਜਾਣੀ ਹੈ ਜਾਂ ਫਲਾਨੀ ਚੀਜ਼ ਹੋ ਜਾਣੀ, ਉਹ ਸ਼ਾਇਦ ਜਿਹੜਾ ਹੈ ਉਹ ਬਹੁਤ ਹੀ ਚੰਗੀ ਗੱਲ ਨਹੀਂ ਹੈ ਜੀ। ਲੇਕਿਨ ਮੈਨੂੰ ਇੰਝ ਲੱਗਦਾ ਹੈ ਕਿ ਜਿਹੜਾ ਆਉਣ ਵਾਲਾ, ਜਿਸ ਤਰ੍ਹਾਂ ਦੀਆਂ ਖਬਰਾਂ ਅੱਜ ਕੱਲ੍ਹ ਆ ਰਹੀਆਂ ਨੇ ਕਿ ਅਗਰ, ਕਿਉਂਕਿ ਆਲਰੇਡੀ ਬੈਰਲ ਦੀ ਪ੍ਰਾਈਸ ਜਿਹੜੀ ਹੈ $60 ਤੇ ਹੈ ਜੀ, ਔਰ ਕੁਝ ਖਬਰਾਂ ਇੱਦਾਂ ਦੀਆਂ ਜਿਹੜੀਆਂ ਇੰਟਰਨੈਸ਼ਨਲ ਜਿਹੜੇ ਸਰੋਤ ਨੇ ਉੱਥੋਂ ਇਹ ਆ ਰਹੀਆਂ ਕਿ ਸ਼ਾਇਦ ਤੇਲ ਦੀ ਕੀਮਤ ਹੋਰ ਵਧੇ ਜੀ, ਗੈਸ ਦੀ ਕੀਮਤ ਵੀ ਵਧ ਰਹੀ ਹੈ, ਔਰ ਇਹ ਮੇਰਾ ਖਿਆਲ ਹੋ ਸਕਦਾ ਹੈ ਕਿ ਅਲਬਰਟਾ ਲਈ, ਸਮੁੱਚੇ ਅਲਬਰਟਾ ਲਈ, ਸਰਕਾਰ ਲਈ ਇੱਕ ਚੰਗੀ ਖਬਰ ਹੋਵੇ, ਸੁਖਾਵੀਂ ਖਬਰ ਹੋ ਸਕਦੀ, ਸੁਖਾਵੀਂ ਖਬਰ ਹੋ ਸਕਦੀ ਹੈ ਜੀ। ਤੇ ਹੁਣ ਇੱਕ ਬ੍ਰੇਕ ਦਾ ਸਮਾਂ ਹੋ ਗਿਆ ਜੀ। ਬ੍ਰੇਕ ਤੋਂ ਬਾਅਦ ਪੰਜਾਬ ਦੀਆਂ, ਭਾਰਤ ਦੀਆਂ ਕੁਝ ਹੋਰ ਅਹਿਮ ਖਬਰਾਂ ਦੇ ਨਾਲ ਅਸੀਂ ਦਰਸ਼ਕਾਂ ਨੂੰ ਰੂਬਰੂ ਕਰਾਂਗੇ ਤੇ ਤੁਸੀਂ ਦੇਖਦੇ ਰਹਿਣਾ ਜੀ ਪ੍ਰੋਗਰਾਮ ਐਡਮਿੰਟਨ ਡਾਇਰੀ, ਔਰ ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਜਾਰੀ ਕਰਦੇ ਹਾਂ। ਪ੍ਰੋਗਰਾਮ ਐਡਮਿੰਟਨ ਡਾਇਰੀ ਦੇ ਵਿੱਚ ਬ੍ਰੇਕ ਤੋਂ ਬਾਅਦ ਆਪ ਜੀ ਦਾ ਫਿਰ ਤੋਂ ਸਵਾਗਤ ਹੈ ਜੀ। ਸਾਡੀ ਗੱਲਬਾਤ ਚੱਲ ਰਹੀ ਸੀ ਸਰਦਾਰ ਗੁਰਿੰਦਰ ਸਿੰਘ ਜੀ ਦੇ ਨਾਲ। ਭਾਜੀ, ਗੱਲਬਾਤ ਨੂੰ ਹੁਣ ਆਪਾਂ ਇੰਡੀਆ ਵੱਲ ਨੂੰ ਤੋਰਦੇ ਹਾਂ। ਠੀਕ ਹੈ ਜੀ। ਰਾਕੇਸ਼ ਟਕੈਤ ਜਿਹੜੇ ਕਿ ਕਿਸਾਨੀ ਅੰਦੋਲਨ ਦੇ ਇਸ ਵੇਲੇ ਮੁੱਖ ਚਿਹਰਾ, ਬਿਲਕੁਲ, ਉਹਨਾਂ ਵੱਲੋਂ ਰਾਜਨਾਥ ਸਿੰਘ ਜਿਹੜੇ ਕਿ ਭਾਰਤ ਦੇ ਰੱਖਿਆ ਮੰਤਰੀ ਨੇ, ਉਹਨਾਂ ਲਈ ਇੱਕ ਵਿਸ਼ੇਸ਼ਣ ਯੂਜ਼ ਕੀਤਾ ਗਿਆ। ਉਹ ਵਿਸ਼ੇਸ਼ਣ ਪਹਿਲਾਂ CBI ਦੇ ਲਈ ਜਾਂ ਭਾਰਤ ਸਰਕਾਰ ਦੀਆਂ ਹੋਰ ਵੱਖ-ਵੱਖ ਏਜੰਸੀਆਂ ਲਈ ਵਰਤਿਆ ਜਾਂਦਾ ਸੀ। ਇਹ ਕੀ ਕਹਾਣੀ ਕੀ ਹੈ ਸਾਰੀ ਜੀ? ਦੇਖੋ ਜੀ, ਗੱਲ ਇਹ ਹੈ ਕਿ ਇਹ ਤਾਂ ਅਸੀਂ ਸਾਰੇ ਜਾਣਦੇ ਵੀ ਜਿਹੜਾ ਤੋਤਾ ਪਿੰਜਰੇ 'ਚ ਆ ਜੀ, ਉਹਨੂੰ ਤੁਸੀਂ ਜੋ ਕਹੋਗੇ ਉਹਨੇ ਕਹੀ ਜਾਣਾ। ਬਿਲਕੁਲ, ਉਹਦੀ ਆਪਣੀ ਕੋਈ ਵੈਲਿਊ ਨਹੀਂ ਹੈਗੀ। ਜੋ ਤੁਸੀਂ ਉਹਨੂੰ ਸਿਖਾਓਗੇ ਉਹਨੇ ਉਹ ਬੋਲਣਾ। ਤੁਸੀਂ CBI ਦੀ ਗੱਲ ਕੀਤੀ ਹੈ। ਜਿਨ੍ਹਾਂ ਅਦਾਰਿਆਂ ਦੇ ਵਿੱਚ ਗੌਰਮੈਂਟ ਦੀ ਇਨਫਲੂਐਂਸ ਇੰਨਾ ਆ ਕਿ ਉਹ ਆਪਣਾ ਕੰਮ ਅਸਰਦਾਰ ਤਰੀਕੇ ਨਾਲ ਨਹੀਂ ਕਰ ਰਿਹਾ, ਸਗੋਂ ਗੌਰਮੈਂਟ ਦੇ ਕਹਿਣ ਤੇ ਜੋ ਮਰਜ਼ੀ ਕਰ ਰਹੇ ਨੇ, ਉਹਨਾਂ ਨੂੰ ਫਿਰ ਪਿੰਜਰੇ ਦਾ ਤੋਤਾ ਹੀ ਕਿਹਾ ਜਾਂਦਾ ਹੈ। ਤੁਸੀਂ ਗੱਲ ਕੀਤੀ ਹੈ ਟਕੈਤ ਸਾਹਿਬ ਦੀ ਜੀ, ਕਿਉਂਕਿ ਟਕੈਤ ਸਾਹਿਬ ਯੂਪੀ ਤੋਂ ਨੇ, ਜਾਟ ਲੀਡਰ ਨੇ, ਇਸ ਵੇਲੇ ਕਿਸਾਨ ਅੰਦੋਲਨ ਦਾ ਮੁੱਖ ਚਿਹਰਾ ਉਹ ਨੇ। ਬਿਲਕੁਲ, ਕਿਉਂਕਿ ਉਹਨਾਂ ਦੇ ਅੰਦੋਲਨ ਦਾ ਇੱਕ ਆਧਾਰ ਜਿਹੜਾ ਹੁਣ ਯੂਪੀ ਦੇ ਵਿੱਚ BJP ਦਾ ਬਹੁਤ ਤਕੜਾ ਵੋਟ ਬੈਂਕ ਹੈ ਜੀ। ਜਿਹੜੇ ਜਾਟ ਆਪਣੇ ਮਿਨਿਸਟਰ ਨੇ ਸੰਜੀਵ ਬਲਿਆਣ, ਉਹਨਾਂ ਦੇ ਥਰੂ ਕੋਸ਼ਿਸ਼ ਕੀਤੀ ਗਈ। ਉਹ ਜੋ ਹੋਇਆ, ਮੇਰੇ ਖਿਆਲ ਸਾਡੇ ਜਿਹੜੇ ਵੇਖਣ ਵਾਲੇ ਨੇ ਜਾਣਦੇ ਨੇ ਕਿ ਕਿਸ ਤਰ੍ਹਾਂ ਉਹਨਾਂ ਦੀ ਮੁਖਾਲਫਤ ਕੀਤੀ ਗਈ ਜੀ। ਲੇਕਿਨ ਇੱਕ, ਕਿਉਂਕਿ ਭਾਵੇਂ ਅੱਜ ਦੀ ਤਰੀਕ ਦੇ ਵਿੱਚ BJP ਦੀ ਜਿਹੜੀ ਸਟਰੈਂਥ ਹੈ ਉਹਦੇ ਬਾਰੇ ਕਿਸੇ ਕਿਸਮ ਦਾ ਕੋਈ ਕਿੰਤੂ ਪਰੰਤੂ ਨਹੀਂ ਹੈ ਜੀ, ਲੇਕਿਨ ਫਿਰ ਵੀ ਕਿਉਂਕਿ ਅਸੀਂ ਇਹ ਤਾਂ ਕਹਿ ਨਹੀਂ ਸਕਦੇ ਕਿ ਕੇਡਰ ਬੇਸ ਪਾਰਟੀ ਹੈ। ਲੋਕ 25, 30, 40 ਸਾਲਾਂ ਤੋਂ ਇਹਦੇ ਵਿੱਚ ਲੱਗੇ ਹੋਏ ਨੇ ਜੀ, ਜਿਨ੍ਹਾਂ ਦੇ ਵਿੱਚ ਠੀਕ ਹੈ ਕੁਝ ਵਿਅਕਤੀ, ਸੁਸ਼ਮਾ ਸਵਰਾਜ ਜੀ ਨਹੀਂ ਰਹੇ, ਅਰੁਣ ਜੇਤਲੀ ਜੀ ਨਹੀਂ ਰਹੇ ਜੀ, ਲੇਕਿਨ ਇਸ ਦੇ ਨਾਲ ਕੁਝ ਵਿਅਕਤੀ ਅਜਿਹੇ ਹਨ ਜਿਨ੍ਹਾਂ ਦੀ ਇੱਕ ਜਿਹੜੀ ਲਾਈਨ ਸੀ, ਪਹਿਲਾਂ ਜਿਹੜੀ ਲਾਈਨ ਆਫ ਐਕਸ਼ਨ ਸੀ ਜੀ, ਉਹ ਜਿਹੜਾ ਗਰੁੱਪ ਇਸ ਵੇਲੇ ਭਾਰੂ ਹੈ, ਜਿਹਦੇ ਵਿੱਚ ਅਸੀਂ ਆਪਣੀ ਜੋੜੀ ਦੀ ਗੱਲ ਕਰਦੇ ਹਾਂ, ਹਮ ਦੋ ਹਮਾਰੇ ਦੋ, ਰਾਹੁਲ ਗਾਂਧੀ ਵੀ ਕਹਿੰਦੇ ਨੇ ਜੀ, ਅਮਿਤ ਸ਼ਾਹ ਜੀ ਤੇ ਮੋਦੀ ਦਾ ਜ਼ਿਕਰ ਉਹ ਕਰਦੇ ਨੇ ਜੀ। ਲੇਕਿਨ ਉਹਨਾਂ ਤੋਂ ਬਿਨਾਂ ਜਿਹੜਾ ਆਪਣੀ ਜਿਹੜਾ ਗਰੁੱਪਿਜ਼ਮ ਹੈ, ਜਿਹਦੇ ਵਿੱਚ ਇੱਕ ਥਿੰਕ ਟੈਂਕ ਇਹ ਕਿਹਾ ਜਾਂਦਾ ਹੈ ਕਿ ਜਿਹੜਾ RSS ਦੇ ਵੱਧ ਨਜ਼ਦੀਕ ਹੈ, ਨਾਗਪੁਰ ਦੇ ਵੱਧ ਨਜ਼ਦੀਕ ਹੈ, ਜਿਹਦੇ ਵਿੱਚ ਨਿਤਨ ਗਡਕਰੀ ਨੇ ਜੀ, ਤੇ ਨਾਲ ਜਿਹੜੇ ਯੂਪੀ ਦੇ ਮੁੱਖ ਮੰਤਰੀ ਨੇ ਆਦਿਤਿਆ ਯੋਗੀ, ਉਹ ਦੋਨੇ ਪਾਸੇ ਸ਼ਟਲ ਕਰਦੇ ਨੇ ਜੀ। ਲੇਕਿਨ ਫਿਰ ਇੱਕ ਵਿਅਕਤੀ ਅਜਿਹਾ ਹੈ, ਰਾਜਨਾਥ ਸਿੰਘ, ਜਿਹੜੇ ਆਪਣੇ ਭਾਰਤ ਦੇ ਡਿਫੈਂਸ ਮਿਨਿਸਟਰ ਨੇ ਜੀ, ਬੜੇ ਕਦਵਾਰ ਨੇਤਾ ਨੇ। ਔਰ ਅੱਜ ਦੀ ਤਰੀਕ ਦੇ ਵਿੱਚ ਅਗਰ ਇਹ ਕਿਹਾ ਜਾਵੇ, ਕਿਉਂਕਿ ਅੱਜ ਤੋਂ ਪਹਿਲਾਂ ਕਿਹਾ ਜਾਂਦਾ ਸੀ ਕਿ BJP ਦੇ ਵਿੱਚ ਜਦੋਂ ਆਪਣੇ ਅਡਵਾਨੀ ਜੀ ਤੇ ਅਟਲ ਬਿਹਾਰੀ ਵਾਜਪੇਈ ਦਾ ਮੁਕਾਬਲਾ ਕੀਤਾ ਜਾਂਦਾ ਸੀ ਤੇ ਵਾਜਪੇਈ ਉਹਨਾਂ ਨੂੰ ਲਿਬਰਲ ਕਿਹਾ ਜਾਂਦਾ ਸੀ। ਬਿਲਕੁਲ ਇਸੇ ਤਰ੍ਹਾਂ ਅੱਜ ਦੀ ਤਰੀਕ ਦੇ ਵਿੱਚ ਰਾਜਨਾਥ ਜਿਹੜੇ ਨੇ ਇੱਕ ਅਜਿਹੇ ਨੇਤਾ ਨੇ ਜਿਨ੍ਹਾਂ ਦੇ ਉੱਤੇ ਇਹ ਗੱਲ ਕਹੀ ਜਾਂਦੀ ਹੈ ਕਿ ਉਹਨਾਂ ਦਾ ਉਹਨਾਂ ਦੀ ਜਿਹੜੀ ਹੁਣ ਤੱਕ ਦੀ ਜੋ ਪਰਸਨੈਲਿਟੀ ਹੈ ਉਹ ਇੱਕ ਜਿਹੜੇ ਸੰਤੁਲਨ ਵਾਲੀ ਹੈ। ਹਾਂਜੀ, ਸੋ ਮੈਨੂੰ ਲੱਗਦਾ ਹੈ ਕਿ ਜਿਹੜਾ ਟਕੈਤ ਸਾਹਿਬ ਨੇ ਬਿਆਨ ਦਿੱਤਾ ਹੈ ਨਾ, ਉਹਨਾਂ ਨੇ ਕਿਉਂਕਿ ਉਹ ਖੁਦ ਵੀ ਇਲੈਕਸ਼ਨ ਲੜ ਚੁੱਕੇ ਨੇ, ਉਹਨਾਂ ਦੇ ਵਿੱਚ ਪੋਲੀਟੀਸ਼ੀਅਨਾਂ ਵਾਲੀ ਗੱਲ ਹੈ ਜੀ। ਮੈਨੂੰ ਲੱਗਦਾ ਕਿ ਉਹਨਾਂ ਨੇ ਦੋ ਕੰਮ ਕੀਤੇ ਨੇ। ਇੱਕ ਤਾਂ ਉਹਨਾਂ ਨੇ ਇਹ ਇਸ਼ਾਰਾ ਕੀਤਾ ਹੈ ਕਿ BJP ਦੇ ਵਿੱਚ ਜਿਹੜੀ ਅੰਦਰੂਨੀ, ਕਿਉਂਕਿ ਉਹ ਵੀ ਯੂਪੀ ਤੋਂ ਨੇ, ਰਾਜਨਾਥ ਸਿੰਘ ਜੀ ਵੀ ਯੂਪੀ ਤੋਂ, ਬਿਲਕੁਲ ਹਾਂਜੀ, ਸੋ ਉਹਨਾਂ ਨੇ ਇੱਕ ਕਿਸਮ ਦੀ ਇਹ ਗੱਲ BJP ਦੇ ਵਿੱਚ ਉਹਨਾਂ ਨੇ, ਕਿਉਂਕਿ ਜਿਹੜੀ ਸਰਕਾਰ ਹੈ ਉਹ ਅੰਦੋਲਨ ਦੇ ਵਿੱਚ ਥੋੜ੍ਹਾ ਜਿਹਾ ਪਾੜ ਪਾਉਣ ਦਾ ਯਤਨ ਕਰ ਰਹੀ ਹੈ ਜੀ, ਤੇ ਮੈਨੂੰ ਲੱਗਦਾ ਹੈ ਕਿ ਜਿਹੜਾ ਟਕੈਤ ਸਾਹਿਬ ਦਾ ਬਿਆਨ ਹੈ, ਇੱਕ ਤਾਂ ਉਹਨਾਂ ਨੇ ਇਹ ਜਿਹੜਾ ਥੋੜ੍ਹਾ ਜਿਹਾ ਇਸ਼ਾਰਾ ਦਿੱਤਾ ਹੈ ਕਿ ਅਗਰ ਕੋਈ ਸੰਜੀਦਾ ਬੰਦਾ ਸਾਡੇ ਨਾਲ ਗੱਲਬਾਤ ਕਰੇ ਤੇ ਫਿਰ ਕੋਈ ਨਤੀਜਾ ਬੈਟਰ ਨਿਕਲ ਸਕਦਾ। ਦੂਜਾ, ਫਿਰ ਉਹਨਾਂ ਦੀ ਇੱਕ ਕਿਸਮ ਦੀ ਉਹਨਾਂ ਨੂੰ ਇੱਕ ਹੁਲਾਰਾ ਦਿੱਤਾ ਹੈ ਕਿ ਅਗਰ ਉਹ ਕਿਸੇ ਤਰ੍ਹਾਂ
ਕਿਉਂਕਿ ਅਗਰ ਅੱਜ ਦੀ ਤਰੀਕ ਦੇ ਵਿੱਚ ਮੋਦੀ ਸਾਹਿਬ ਦੇ ਖਿਲਾਫ ਜਾਂ ਅਮਿਤ ਸ਼ਾਹ ਦੇ ਖਿਲਾਫ ਕੋਈ ਮਾੜੀ ਮੋਟੀ ਆਵਾਜ਼ ਕੱਢਦਾ ਹੈ ਤੇ ਉਹਨੂੰ ਫਿਰ ਕੋਈ ਸਪੋਰਟ ਚਾਹੀਦੀ ਹੈ ਤੇ ਉਹਨਾਂ ਨੇ ਉਹ ਸਪੋਰਟ ਦੇਣ ਦਾ ਯਤਨ ਕੀਤਾ, ਮੈਨੂੰ ਇਹ ਲੱਗਦਾ ਹੈ। ਠੀਕ ਹੈ ਜੀ। ਤੇ ਕਿਸਾਨੀ ਦੀ ਗੱਲ ਸ਼ੁਰੂ ਹੋਈ ਹੈ, ਅੰਦੋਲਨ ਦੀ ਗੱਲ ਸ਼ੁਰੂ ਹੋਈ ਹੈ, ਤੇ ਤੁਸੀਂ ਦੇਖਿਆ ਹੋਵੇਗਾ ਤੋਮਰ ਸਾਹਿਬ, ਨਰਿੰਦਰ ਤੋਮਰ, ਜਿਹੜੇ ਕਿ ਖੇਤੀਬਾੜੀ ਮੰਤਰੀ ਨੇ ਭਾਰਤ ਦੇ, ਹਾਂਜੀ, ਉਹਨਾਂ ਵੱਲੋਂ ਇੱਕ ਦੋ ਹੋਰ ਸਟੇਟਮੈਂਟਾਂ ਆਈਆਂ ਨੇ। ਉਹ ਕਹਿੰਦੇ ਨੇ ਜੀ ਤੁਸੀਂ ਜਿਹੜੀ 1.5 ਸਾਲ ਵਾਲੀ ਗੱਲ ਕੀਤੀ ਸੀ ਕਿ ਸਸਪੈਂਡ ਕਰ ਦਿੰਦੇ ਆ ਤੇ ਉਧਰ ਨੂੰ ਆਓ ਦੁਬਾਰਾ। ਤੇ ਕੀ ਲੱਗਦਾ ਜੀ ਕਿਸਾਨੀ ਜਿਹੜੇ ਆਗੂ ਨੇ, ਵੱਖ-ਵੱਖ ਜਥੇਬੰਦੀਆਂ ਨੇ, ਇਸ ਪਾਸੇ ਮੁੜ ਸਕਦੀਆਂ ਨੇ ਜਾਂ ਹੋਰ ਕੀ ਲੱਗਦੀਆਂ ਆਪਸ਼ਨਸ? ਮਨਜੀਤ ਸਿੰਘ ਜੀ, ਇਸ ਗੱਲ ਬਾਰੇ ਮੈਂ ਜਿੰਨੀ ਕੁ ਸੋਚ ਆਪਣੀ ਰੱਖਦਾ ਜੀ, ਕਿਉਂਕਿ ਇਹਦੇ ਬਾਰੇ ਕਹਿਣਾ ਤਾਂ ਕੋਈ ਵਿਅਕਤੀ ਇਹ ਨਹੀਂ ਕਹਿ ਸਕਦਾ ਕਿ ਹੋ ਸਕਦਾ, ਨਹੀਂ ਹੋ ਸਕਦਾ, ਠੀਕ ਹੈ, ਗਲਤ ਹੈ, ਇਹ ਸਮੇਂ ਦੀ ਗੱਲ ਹੈ। ਲੇਕਿਨ 26 ਜਨਵਰੀ ਦੀਆਂ ਘਟਨਾਕ੍ਰਮ ਤੋਂ ਬਾਅਦ ਬਹੁਤ ਮੇਜਰ ਚੇਂਜਸ ਆਈਆਂ ਨੇ ਜੀ। ਇੱਕ ਮੇਜਰ ਚੇਂਜ ਇਹ ਹੋਈ ਹੈ ਕਿ ਹੁਣ ਇਸ ਵੇਲੇ ਰਾਕੇਸ਼ ਟਕੈਤ ਜਿਹੜੇ ਨੇ ਉਹ ਅੰਦੋਲਨ ਦਾ ਚਿਹਰਾ ਮੋਹਰਾ ਨੇ ਜੀ। ਯੂਪੀ ਤਾਂ ਹਰਿਆਣਾ ਦੀ ਜਿਹੜਾ ਗੌਰਮੈਂਟ ਤੇ ਪ੍ਰਭਾਵ ਹੈ ਉਹ ਵੱਖਰੀ ਕਿਸਮ ਦਾ ਹੈ ਪੰਜਾਬ ਦੇ ਮੁਕਾਬਲੇ। ਬਿਲਕੁਲ, ਸੀਟਾਂ ਦਾ ਫਰਕ ਹੈ ਜੀ, ਬਹੁਤ ਜ਼ਿਆਦਾ ਸੀਟਾਂ ਦਾ ਫਰਕ ਹੈ ਜੀ। ਔਰ ਦੂਜੀ ਗੱਲ ਹੈ ਕਿ ਪੰਜਾਬ ਤੋਂ ਪਹਿਲਾਂ ਵੀ ਬੀਜੇਪੀ ਨੂੰ ਕੋਈ ਬਹੁਤ ਜ਼ਿਆਦਾ ਉਮੀਦਾਂ ਨਹੀਂ ਸਨ, ਅਕਾਲੀ ਦਲ ਦੇ ਥਰੂ ਹੀ ਉਹ ਸਪੋਰਟ ਲੈਂਦੇ ਸਨ, 2-3 ਸੀਟਾਂ ਲੈ ਜਾਂਦੇ ਸੀ। ਲੇਕਿਨ ਯੂਪੀ ਜਿਹੜੀ ਹੈ ਜਾਂ ਹਰਿਆਣਾ, ਇਹ ਉਹਨਾਂ ਦਾ ਗੜ੍ਹ ਹੈ। ਔਰ ਖਾਸ ਕਰਕੇ ਜਿਹੜਾ ਇਹ ਕਿਸਾਨ ਅੰਦੋਲਨ ਦੇ ਵਿੱਚ ਜਿਹੜੇ ਲੋਕ ਨੇ, ਇਹ ਬੀਜੇਪੀ ਦੇ ਪੱਕੇ ਸਪੋਰਟਰ ਨੇ। ਬਿਲਕੁਲ। ਸੋ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਕੱਲ੍ਹ ਨੂੰ ਜਿਹੜੇ ਟਕੈਤ ਸਾਹਿਬ ਨੇ ਉਹ ਕੀ ਫੈਸਲਾ ਲੈ ਲੈਂਦੇ ਨੇ, ਕਿਉਂਕਿ ਮੈਂ ਇੱਕ ਛੋਟੀ ਜਿਹੀ ਇਹ ਗੱਲ ਤੇ ਹਿਦਮਾ ਕਿ ਕਿਉਂਕਿ ਉਹਨਾਂ ਦਾ ਜਿਹੜਾ ਪਿਛੋਕੜ ਹੈ, ਉਹਨਾਂ ਦੇ ਪਿਤਾ ਜੀ ਬਹੁਤ ਵੱਡੇ ਕਿਸਾਨ ਨੇਤਾ ਸਨ ਜੀ। ਉਹਨਾਂ ਦੇ ਬਾਰੇ ਇਹ ਗੱਲ ਕਹੀ ਗਈ ਕਿ ਬਹੁਤ ਵੱਡਾ ਅੰਦੋਲਨ ਉਹਨਾਂ ਦੇ ਦਿੱਲੀ ਦੇ ਵਿੱਚ ਕੀਤਾ ਸੀ, ਮਹਿੰਦਰ ਸਿੰਘ ਟਕੈਤ ਹੋਣਾ ਨੇ। ਲੇਕਿਨ ਜਦੋਂ ਉਹਨੇ ਅੰਦੋਲਨ ਵਾਪਸ ਲਿਆ ਸੀ ਤਾਂ ਉਹ ਬੜੇ ਕੰਟਰੋਵਰਸ਼ੀਅਲ ਸਿਚੁਏਸ਼ਨ ਸੀ। ਉਦੋਂ ਲੋਕਾਂ ਨੂੰ ਇਹ ਨਹੀਂ ਪਤਾ ਲੱਗਿਆ ਸੀ ਕਿ ਇਹਨੇ ਅੰਦੋਲਨ ਵਾਪਸ ਕਿਉਂ ਲੈ ਲਿਆ ਜੀ, ਕਿ ਅੰਦਰ ਖਾਤੇ ਕਿਹੜੀ ਖਿਚੜੀ ਪੱਕੀ ਹੈ। ਹਾਂਜੀ। ਸੋ ਇਹ ਗੱਲ ਕਿ ਜਿਹੜਾ 1.5 ਸਾਲ ਦੀ ਤੁਸੀਂ ਗੱਲ ਕੀਤੀ ਹੈ, ਇਸ ਨੂੰ ਲੈ ਸਕਦੇ ਨੇ। ਇਹ ਆਉਣ ਵਾਲਾ ਸਮਾਂ ਦੱਸੇਗਾ ਜੀ ਠੀਕ ਕੀ ਹੈ, ਗਲਤ ਕੀ ਹੈ। ਇਹਦੇ ਬਾਰੇ ਕੁਝ ਵੀ ਕਹਿਣਾ ਜਿਹੜਾ ਉਹ ਮੁਸ਼ਕਲ ਹੈ ਜੀ। ਇੱਕ ਗੱਲ ਹੋਰ ਤੁਸੀਂ ਨੋਟ ਕੀਤੀ ਹੋਣੀ ਹੈ, ਜਦੋਂ ਦੀ ਬੀਜੇਪੀ ਸਰਕਾਰ ਸੱਤਾ ਦੇ ਵਿੱਚ ਆਈ ਹੈ, ਹਾਂਜੀ, ਭਾਵੇਂ ਭਾਰਤ ਸਰਕਾਰ ਦੀ ਗੱਲ ਕਰ ਲਓ ਜਾਂ ਯੂਪੀ ਸਰਕਾਰ ਦੀ ਗੱਲ ਕਰ ਲਓ, ਸ਼ਹਿਰਾਂ ਦੇ ਨਾਮ ਬਦਲਣ ਵੱਲ ਤੁਰ ਪਏ ਜੀ। ਤੇ ਹੁਣ ਇੱਕ ਖਬਰ ਆਈ ਹੈ ਕਿ ਇੱਕ ਕ੍ਰਿਕਟ ਸਟੇਡੀਅਮ ਸੀਗਾ, ਸਰਦਾਰ ਵੱਲਭ ਭਾਈ ਸਟੇਡੀਅਮ ਅਹਿਮਦਾਬਾਦ ਦੇ ਵਿੱਚ, ਹਾਂਜੀ, ਉਹਦਾ ਨਾਮ ਚੇਂਜ ਕਰ ਦਿੱਤਾ ਗਿਆ, ਮੋਦੀ ਸਾਹਿਬ ਦੇ ਨਾਮ ਦੇ ਉੱਪਰ ਰੱਖ ਦਿੱਤਾ ਗਿਆ। ਇਹ ਜਿਹੜਾ ਕ੍ਰਿਕਟ ਔਰ ਜਿਹੜੀ ਰਾਜਨੀਤੀ ਆ, ਇਹਦੇ ਵਿੱਚ ਕਨੈਕਸ਼ਨ ਜਿਹੜੇ ਨੇ ਇਹ ਕੀ ਰੂਪ ਧਾਰਨ ਕਰ ਸਕਦੇ ਨੇ ਜੀ ਆਉਣ ਵਾਲੇ ਸਮੇਂ 'ਚ? ਗੱਲ ਇਹ ਜੀ ਕਿ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਨੇ ਉਹ ਸਪੋਰਟਸ ਦੇ ਵਿੱਚ ਇੰਟਰਫੀਅਰ ਕਰਦੀਆਂ ਨੇ ਜੀ। ਸਾਨੂੰ ਪਤਾ ਹੈ ਪੰਜਾਬੀ ਹੋਣ ਦੇ ਨਾਤੇ ਕਿ ਕਿਸ ਤਰ੍ਹਾਂ ਫੀਲਡ ਹਾਕੀ ਜਿਹੜੀ ਹੈ ਭਾਰਤ ਦੀ ਨੈਸ਼ਨਲ ਗੇਮ ਹੈ, ਉਸ ਦੇ ਵਿੱਚ ਉਸ ਨੂੰ ਕਿਸ ਤਰ੍ਹਾਂ ਮੱਖੇ ਪੋਲੀਟੀਸਾਈਜ਼ ਕੀਤਾ ਗਿਆ ਔਰ ਕਿਸ ਤਰ੍ਹਾਂ, ਮੈਂ ਇਹ ਕਹਾਂਗਾ, ਮੈਨੂੰ ਦੁੱਖ ਹੁੰਦਾ ਹੈ ਕਹਿੰਦੇ ਹਾਂ ਕਿ ਉਸ ਦਾ ਵਿਨਾਸ਼ ਕੀਤਾ ਗਿਆ। ਬਿਲਕੁਲ ਜੀ। ਇੱਕ ਫੀਲਡ ਹਾਕੀ ਸੀ ਜਿਹਨੇ 7-8 ਓਲੰਪਿਕਸ ਦੇ ਵਿੱਚ 골ਡ ਮੈਡਲ ਲਿਆ ਕੇ ਦਿੱਤੇ ਭਾਰਤ ਨੂੰ। ਬਿਲਕੁਲ ਜੀ। ਔਰ ਹੁਣ ਅਸੀਂ ਗੱਲ ਕਰਦੇ ਹਾਂ, ਦੋ ਤੁਸੀਂ ਵਿਸ਼ੇ ਗੱਲ ਕੀਤੀ ਨੇ, ਨਾਮ ਰੱਖਣ ਦੀ ਗੱਲ ਹੈ ਜੀ। ਸਰਦਾਰ ਪਟੇਲ ਦੇ ਨਾਮ ਤੇ ਗੁਜਰਾਤ ਦੇ ਉਹ ਲੀਡਰ ਸਨ ਜਿਨ੍ਹਾਂ ਨੇ ਇੰਡੀਆ ਦੀ ਆਜ਼ਾਦੀ ਦੇ ਵਿੱਚ ਹਿੱਸਾ ਲਿਆ, ਔਰ ਕਾਂਗਰਸ ਪਾਰਟੀ ਦੇ, ਬਿਲਕੁਲ ਜੀ, ਨਹਿਰੂ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੁੰਦੇ ਸਨ। ਉਹਨਾਂ ਦਾ ਬਹੁਤ ਵੱਡਾ ਬੁੱਤ ਵੀ ਉਹਨਾਂ ਦਾ ਲਗਾਇਆ। ਬਿਲਕੁਲ। ਇਹ ਜਿਹੜਾ ਕੰਪਲੈਕਸ ਹੈ ਅਹਿਮਦਾਬਾਦ ਦੇ ਵਿੱਚ, ਜਿਹੜਾ ਕ੍ਰਿਕਟ ਦਾ ਸਟੇਡੀਅਮ ਹੈ, ਉਸ ਨੂੰ ਮੋਇਟਰਾ ਗਰਾਊਂਡ ਕਹਿੰਦੇ ਨੇ ਜੀ। ਉਸ ਦਾ ਨਾਮ ਬਦਲਿਆ, ਸਪੋਰਟਸ ਕੰਪਲੈਕਸ ਦਾ ਨਾਮ ਅਜੇ ਸ਼ਾਇਦ ਜਿਹੜਾ ਸਰਦਾਰ ਪਟੇਲ ਦੇ ਨਾਮ ਤੇ, ਉੱਥੇ ਹੋਰ ਵੀ ਬਹੁਤ ਸਾਰੇ ਸਟੇਡੀਅਮ ਨੇ, ਹਾਕੀ ਦਾ, ਹੋਰ ਕੁਝ ਖੇਡਾਂ ਦੇ ਨੇ। ਲੇਕਿਨ ਜਿਹੜਾ ਕ੍ਰਿਕਟ ਦਾ ਸਟੇਡੀਅਮ ਹੈ, ਇਸ ਨੂੰ ਰੈਨੋਵੇਟ ਕੀਤਾ ਗਿਆ ਹੈ। ਦੁਨੀਆ ਦਾ ਤਕਰੀਬਨ ਜਿਹੜੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਨੇ, ਆਸਟ੍ਰੇਲੀਆ ਦੇ ਵਿੱਚ ਮੇਰੇ ਖਿਆਲ 1 ਲੱਖ ਦੀ ਕਪੈਸਿਟੀ ਵਾਲਾ ਸਿਡਨੀ ਦਾ ਕ੍ਰਿਕਟ ਸਟੇਡੀਅਮ ਹੈ, ਲੇਕਿਨ ਇਸ ਦੀ ਕਪੈਸਿਟੀ 1.25 ਲੱਖ ਦੇ ਕਰੀਬ ਹੈ। 1,32,000 ਜੀ। ਲੇਕਿਨ ਗੱਲ ਇਹ ਹੈ ਕਿ ਨਾਮ ਰੱਖਣ ਦੀ ਗੱਲ ਤਾਂ ਮੈਂ ਸਿਰਫ ਇਹ ਨਹੀਂ ਕਹਾਂਗਾ ਕਿ ਠੀਕ ਹੈ ਕਿ ਵਿਰੋਧੀ ਪਾਰਟੀਆਂ ਉਹਨਾਂ ਨੂੰ ਘੇਰ ਵੀ ਰਹੀਆਂ ਨੇ ਬੀਜੇਪੀ ਨੂੰ ਕਿ ਤੁਸੀਂ ਨਾਮ ਕਿਉਂ ਰੱਖਿਆ, ਜਿਵੇਂ ਅਸੀਂ ਇੱਥੇ ਡਿਸਕਸ ਕਰ ਰਹੇ ਹਾਂ ਜੀ। ਤੇ ਜਿਹੜਾ ਤਰਕ ਉਹਨਾਂ ਵੱਲੋਂ ਦਿੱਤਾ ਗਿਆ ਹੈ ਨਾ, ਉਹ ਤਰਕ ਮੈਨੂੰ ਲੱਗਦਾ ਕਿ ਜਦੋਂ ਕਿਸੇ ਵੀ ਵਿਅਕਤੀ ਤੇ ਕੁਝ ਕਿੰਤੂ ਪਰੰਤੂ ਹੁੰਦਾ ਹੈ ਨਾ ਜੀ, ਤੇ ਉਹ ਅਗਰ ਉਸ ਕਿੰਤੂ ਪਰੰਤੂ ਦੇ ਜਵਾਬ ਦੇ ਵਿੱਚ ਇਹ ਗੱਲ ਕਵੇ ਕਿ ਫਲਾਣੇ ਨੇ ਵੀ ਇਹ ਕੀਤਾ ਸੀ, ਫਲਾਣੇ ਨੇ ਵੀ ਇਹ ਕੀਤਾ ਸੀ, ਤੇ ਮੇਰੇ ਖਿਆਲ ਹੈ ਕਿ ਇਹ ਕੋਈ ਢੁਕਵਾਂ ਜਵਾਬ ਨਹੀਂ ਹੁੰਦਾ, ਇਹਨੂੰ ਕਿਸੇ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਜੀ। ਸੋ ਅਗਰ ਬੀਜੇਪੀ ਇਹ ਕਹਿੰਦੀ ਹੈ ਕਿ ਅਗਰ ਜਿਹੜਾ ਕਾਂਗਰਸ ਨੇ ਆਪਣੇ ਰਾਜੀਵ ਗਾਂਧੀ ਦੇ ਨਾਂ ਤੇ ਸਟੇਡੀਅਮ ਬਣਾਏ ਨੇ, ਇੰਦਰਾ ਗਾਂਧੀ ਦੇ ਨਾਂ ਤੇ ਸਟੇਡੀਅਮ ਬਣਾਏ ਨੇ, ਨਹਿਰੂ ਜੀ ਦੇ ਨਾਮ ਤੇ ਬਣਾਏ ਨੇ, ਤੇ ਇਹਦੇ ਵਿੱਚ ਇੱਕ ਦੋ ਗੱਲਾਂ ਮੈਂ ਕਰਨੀਆਂ ਚਾਹਾਂਗਾ। ਪਹਿਲੀ ਗੱਲ ਹੈ ਕਿ ਜਦੋਂ ਤੁਸੀਂ ਕਹਿੰਦੇ ਹੋ ਉਹਨਾਂ ਨੇ ਇਹ ਕੀਤਾ,
ਤੇ ਤੁਸੀਂ ਕਲੇਮ ਇਹ ਕਰਦੇ ਹੋ ਅਸੀਂ ਉਹਨਾਂ ਨਾਲੋਂ ਬੈਟਰ ਹਾਂ, ਜੇ ਤੁਸੀਂ ਬੈਟਰ ਤਾਂ ਨਹੀਂ ਹੋਏ, ਤੁਸੀਂ ਉਹੀ ਕਰ ਰਹੇ ਹੋ ਜੋ ਉਹ ਨਹੀਂ ਕੀਤਾ। ਬਿਲਕੁਲ ਵੀ ਤੁਸੀਂ ਕੀ ਡਿਫਰੈਂਟ ਕਰ ਰਹੇ ਜੇ, ਤੁਸੀਂ ਕੀ ਵੱਖਰਾ ਕਰ ਰਹੇ ਹੋ, ਤੁਸੀਂ ਕੀ ਵੱਖਰਾ ਕਰ ਰਹੇ, ਕਿਉਂਕਿ ਇਸ ਦੇ ਵਿੱਚ ਅਗਰ ਇਹ ਗੱਲ ਕੀਤੀ ਜਾਵੇ, ਕਿਉਂਕਿ ਰਾਜੀਵ ਗਾਂਧੀ ਹੋਣਾ ਨੂੰ ਉਹਨਾਂ ਦੀ ਵੀ ਹੱਤਿਆ ਹੋਈ ਸੀ ਜੀ, ਇੰਦਰਾ ਗਾਂਧੀ ਦੀ ਵੀ ਹੱਤਿਆ ਹੋਈ ਸੀ, ਔਰ ਉਹਨਾਂ ਦੇ ਨਾਮ ਤੇ ਇਹ ਜੋ ਸੰਸਥਾਵਾਂ ਨੇ ਉਹਨਾਂ ਦੇ ਬਾਅਦ ਵਿੱਚ ਇਹਨਾਂ ਦੇ ਨਾਮ ਰੱਖੇ ਗਏ ਜੀ। ਹਾਂਜੀ, ਸੋ ਮੋਦੀ ਸਾਹਿਬ ਦੇ ਮਾਮਲੇ ਦੇ ਵਿੱਚ ਇਹ ਕਾਹਲੀ ਕੀਤੀ ਗਈ ਹੈ ਮੈਨੂੰ ਲੱਗਦਾ। ਤੇ ਦੂਜੀ ਗੱਲ ਇਹ ਹੈ ਕਿ ਅਗਰ ਤੁਸੀਂ ਇਸ ਦਾ ਜਸਟੀਫਿਕੇਸ਼ਨ ਇਹ ਦੇ ਰਹੇ ਹੋ ਕਿ ਫਲਾਣੇ ਨੇ ਕੀਤਾ ਸੀ, ਤੇ ਮੇਰੇ ਖਿਆਲ ਕੋਈ ਚੰਗੀ ਜਸਟੀਫਿਕੇਸ਼ਨ ਨਹੀਂ। ਤੁਸੀਂ ਇੱਕ ਇਹ ਵੀ ਜ਼ਿਕਰ ਕਰਦੇ ਸੀ ਕੋਈ ਐਂਡਸ ਦੇ ਵੀ ਨਾਮ ਰੱਖੇ ਆ ਜੀ। ਦੇਖੋ ਜੀ, ਕ੍ਰਿਕਟ ਸਟੇਡੀਅਮ ਦੀ ਜਦੋਂ ਅਸੀਂ ਗੱਲ ਕਰਦੇ ਤੇ ਪਿੱਚ ਹੁੰਦੀ ਹੈ ਜੀ, ਜਿਹਦੇ ਉੱਤੇ ਆਪਣੇ ਬੈਟਸਮੈਨ ਬੋਲਿੰਗ ਅਸੀਂ ਸਾਰੇ ਜਾਣਦੇ, ਤੇ ਪਿੱਚ ਦੇ ਐਂਡ ਜਿਹੜੇ ਨੇ ਨਾਮ ਡੈਜ਼ਿਗਨੇਟ ਕੀਤੇ, ਕਿਉਂਕਿ ਇਹ ਦੱਸਣ ਲਈ ਕਿ ਕਿਹੜੇ ਪਾਸਿਓਂ ਬਾਲਰ ਬਾਲ ਕਰ ਰਿਹਾ, ਬੈਟਸਮੈਨ ਕਿਹਨੂੰ ਫੇਸ ਕਰ ਰਿਹਾ, ਤੇ ਐਂਡ ਜਿਹੜੇ ਨੇ ਇੱਕ ਐਂਡ ਦਾ ਨਾਮ ਰਿਲਾਇੰਸ ਰੱਖਿਆ ਗਿਆ, ਇਹ ਸ਼ੁਕਰ ਹੈ ਅੰਬਾਨੀ ਸਾਹਿਬ ਸਿੱਧਾ ਨਹੀਂ ਰੱਖ ਦਿੱਤਾ, ਦੂਜੇ ਦਾ ਅਡਾਨੀ ਰੱਖਿਆ ਗਿਆ ਕਿਉਂਕਿ ਉਹਨਾਂ ਦਾ ਨਾਮ ਚੱਲਦਾ ਹੀ ਅਡਾਨੀ। ਔਰ ਤੀਜੀ ਗੱਲ ਇਹ ਹੈ ਕਿ ਜਦੋਂ ਇਹ ਨਾਮ ਅਨਾਉਂਸ ਹੋਇਆ ਉਸ ਵੇਲੇ ਕ੍ਰਿਕਟ ਸਟੇਡੀਅਮ ਦੇ ਵਿੱਚ, ਕਿਉਂਕਿ ਨਵਾਂ ਸਟੇਡੀਅਮ ਬਣਿਆ, ਭਾਰਤ ਦੇ ਰਾਸ਼ਟਰਪਤੀ ਮੌਜੂਦ ਸਨ, ਉਹਨਾਂ ਨੇ ਆ ਕੇ ਇਸ ਦਾ ਨਾਮ ਜਿਹੜਾ ਮੋਦੀ ਸਾਹਿਬ ਦੇ ਨਾਂ ਤੇ ਰੱਖਿਆ ਹੈ। ਉਹਨਾਂ ਦੇ ਰਾਸ਼ਟਰਪਤੀ ਦੇ ਇੱਕ ਪਾਸੇ ਜਿਹੜਾ ਸੱਜੇ ਪਾਸੇ ਆਪਣੇ ਅਮਿਤ ਸ਼ਾਹ ਜੀ, ਖੈਰ ਮੈਂ ਸੱਜੇ ਜਾਂ ਖੱਬੇ ਤੋਂ ਮੈਂ ਗਲਤ ਹੋ ਸਕਦਾ, ਲੇਕਿਨ ਇੱਕ ਪਾਸੇ ਅਮਿਤ ਸ਼ਾਹ ਜੀ ਖੜੇ ਸਨ, ਦੂਜੇ ਪਾਸੇ ਅਮਿਤ ਸ਼ਾਹ ਜੀ ਦੇ ਬੇਟੇ ਜਯੰਤ ਸ਼ਾਹ ਜਿਹੜੇ ਕਿ BCCI ਦੇ ਸੈਕਟਰੀ ਨੇ ਜੀ। ਸੋ ਤੁਸੀਂ ਗੱਲ ਕੀਤੀ ਸੀ ਪੋਲਿਟਿਕਸ ਤੇ ਕ੍ਰਿਕਟ ਦੇ ਰਿਸ਼ਤੇ ਕਨੈਕਸ਼ਨ, ਬਿਲਕੁਲ। ਸੋ ਕਨੈਕਸ਼ਨ ਇੱਥੋਂ ਸ਼ੁਰੂ ਹੋ ਜਾਂਦਾ ਜੀ ਕਿ ਜਯੰਤ ਸ਼ਾਹ ਜਿਹੜੇ ਨੇ ਉਹ BCCI ਦੇ ਸੈਕਟਰੀ ਨੇ। ਦੇਖਾ ਸਾਡੇ ਸਰੋਤਿਆਂ ਨੂੰ ਯਾਦ ਹੋਵੇਗਾ ਕਿ ਕਿਸ ਤਰ੍ਹਾਂ ਕਿਸਾਨੀ ਅੰਦੋਲਨ ਦੇ ਵਿੱਚ ਗ੍ਰੇਟਾ ਥਨਬਰਗ ਦੇ ਟਵੀਟ ਤੋਂ ਬਾਅਦ ਕਿਸ ਤਰ੍ਹਾਂ ਜਿਹੜੇ ਪਲੇਅਰਾਂ ਦੇ ਇੱਕ ਤੋਂ ਇੱਕ ਵਾਰ ਟਵੀਟ ਆਏ ਸਨ, ਤੇ ਉਸ ਦੀ ਜਿਹੜੀ ਕੁੰਡੀ ਆ ਉਹ ਇਸ ਦੇ ਨਾਲ ਵੀ ਜੁੜਤੀ ਸੀ, ਕਿਉਂਕਿ BCCI ਦੇ ਵਿੱਚ ਜਿਹੜਾ ਅਮਿਤ ਸ਼ਾਹ ਦੇ ਪਰਿਵਾਰ ਦਾ ਸਿੱਧਾ ਕੰਟਰੋਲ ਹੈ। ਬਿਲਕੁਲ। ਸਿਰਫ ਇਹੀ ਨਹੀਂ, BCCI ਦੇ ਵਿੱਚ ਗੌਤਮ ਗੰਭੀਰ ਜਿਹੜੇ ਕਿ ਬਹੁਤ ਹੀ ਸ਼ਾਨਦਾਰ ਪਲੇਅਰ ਰਹੇ ਨੇ ਇੰਡੀਆ ਦੇ ਲਈ, ਉਹਨਾਂ ਨੇ ਬੜਾ ਲੰਬਾ ਸਮਾਂ ਓਪਨਿੰਗ ਕੀਤੀ ਹੈ। BJP ਦੇ ਮੈਂਬਰ ਪਾਰਲੀਮੈਂਟ ਨੇ, ਉਹ ਵੀ ਗਾਹੇ ਬਹਗਾਹੇ, ਕਈ ਵਾਰੀ ਉਹਨਾਂ ਦੇ ਬਿਆਨ ਤੋਂ ਇੰਝ ਲੱਗਦਾ ਹੈ ਕਿ ਉਹ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਤੇ ਕ੍ਰਿਕਟ ਦੇ ਸੰਬੰਧੀ ਆਪਣੀ ਜਿਹੜੀ ਹੈ ਕੁਝ ਆਪਣੀ ਜਾਣਕਾਰੀ ਲੋਕਾਂ ਦੇ ਠੋਸਣ ਦਾ ਯਤਨ ਕਰਦੇ ਨੇ ਜੀ। ਸੋ ਇਹ ਜਿਹੜਾ ਆਪਣੇ ਰਾਜਨੀਤਿਕ ਦਖਲ ਹੈ, ਕਿਉਂਕਿ ਬਿਨਾਂ ਸ਼ੱਕ ਕ੍ਰਿਕਟ ਜਿਹੜੀ ਹੈ ਭਾਰਤ ਦੇ ਵਿੱਚ ਅੱਜ ਕੱਲ੍ਹ ਦੁਨੀਆ ਦੇ ਬਹੁਤੇ ਮੁਲਕ ਕ੍ਰਿਕਟ ਨਹੀਂ ਖੇਡਦੇ। ਕੁੱਲ ਮਿਲਾ ਕੇ ਅਗਰ ਅਸੀਂ ਇੰਟਰਨੈਸ਼ਨਲ ਲੈਵਲ 'ਤੇ ਜਿਹੜੇ ਇੰਟਰਸਟਿੰਗ ਟੀਮਾਂ ਦੀ ਗੱਲ ਕਰਦੇ ਹਾਂ, ਜਿਹੜੀਆਂ ਕਾਫੀ ਕੰਪੀਟੀਟਿਵ ਨੇ, ਉਹਦੇ ਵਿੱਚ ਮੇਰੇ ਖਿਆਲ 7 ਜਾਂ 8 ਕੰਟਰੀ ਨੇ, ਬਾਕੀ ਥੋੜ੍ਹਾ ਉਹਨਾਂ ਦਾ ਪੱਧਰ ਨਹੀਂ ਹੈ। ਇਸ ਤੋਂ ਬਾਅਦ ਦੁਨੀਆ ਦੇ ਵਿੱਚ ਕ੍ਰਿਕਟ ਖੇਲੀ ਨਹੀਂ ਜਾਂਦੀ, ਲੇਕਿਨ ਕਿਉਂਕਿ ਭਾਰਤ ਦੇ ਵਿੱਚ ਇਸ ਦੀ ਜਿਹੜੇ ਫੈਨ ਨੇ ਆਪਣੇ ਕ੍ਰਿਕਟ ਪਲੇਅਰਾਂ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਨੇ, ਤਾਂ ਸਰਕਾਰਾਂ ਜਿਹੜੀਆਂ ਨੇ ਉਹ ਫਿਰ ਗਾਹੇ ਬਗਾਹੇ ਇਸ ਦੇ ਵਿੱਚ ਦਖਲ ਦਿੰਦੀਆਂ ਨੇ ਜੀ। ਇੱਕ ਗੱਲ ਹੋਰ ਐਡ ਕਰਨੀ ਚਾਹੂੰਗਾ ਇੱਥੇ ਮੈਂ, ਸਰਦਾਰ ਸਾਹਿਬ ਨੇ ਡਾਕਟਰ ਮਨਮੋਹਨ ਸਿੰਘ, ਹਾਂਜੀ, RBI ਦੇ ਗਵਰਨਰ ਵੀ ਰਹੇ ਨੇ ਜੀ, ਹਾਂਜੀ, ਫਾਈਨਾਂਸ ਮਿਨਿਸਟਰ ਵੀ ਰਹੇ ਨੇ ਭਾਰਤ ਦੇ, ਔਰ 10 ਸਾਲ ਪ੍ਰਧਾਨ ਮੰਤਰੀ ਵੀ ਰਹੇ ਨੇ। ਬਿਲਕੁਲ ਜੀ। ਮੈਨੂੰ ਲੱਗਦਾ ਨਹੀਂ ਵੀ ਉਹਨਾਂ ਦੇ ਨਾਮ ਤੇ ਕੋਈ ਵੀ ਇਹੋ ਜਿਹੀ ਕੋਈ ਵੱਡੀ ਏਜੰਸੀ ਜਾਂ ਵੱਡੀ ਕੋਈ ਇਹੋ ਜਿਹੀ ਬਿਲਡਿੰਗ ਦਾ ਨਾਮ ਉਹਨਾਂ ਦੇ ਨਾਮ ਤੇ ਰੱਖਿਆ ਹੋਵੇ। ਦੇਖੋ ਜੀ, ਗੱਲ ਇਹ ਹੈ ਕਿ ਮੈਂ ਫਿਰ ਉਹੀ ਗੱਲ ਜਿਹੜੀ ਆਪਾਂ ਸ਼ੁਰੂ 'ਚ ਗੱਲ ਕੀਤੀ ਸੀ, ਸੌਰੀ ਮੈਂ ਇੱਥੇ ਇੰਟਰਰਪਟ ਕਰਦਾ, ਮੈਨੂੰ ਕੋਈ ਵੀ ਲੱਗਦਾ ਵੀ ਤੁਹਾਡੇ ਕੰਮ ਜਿਹੜੇ ਆ ਉਹ ਜ਼ਿਆਦਾ ਬੋਲਣ, ਤੇ ਮੈਨੂੰ ਲੱਗਦਾ ਵੀ ਇਸ ਬੈਟਰ, ਕਿਉਂਕਿ ਉਹਨਾਂ ਨੇ 2 ਵਾਰੀ ਭਾਰਤ ਨੂੰ ਆਰਥਿਕ ਸੰਕਟ ਦੀ ਹਾਲਾਤ 'ਚੋਂ ਬਾਹਰ ਕੱਢਿਆ ਜੀ। ਬਿਲਕੁਲ ਜੀ, ਪਰ ਗੱਲ ਇਹ ਹੈ ਨਾ ਜੀ ਕਿ ਜਿਹੜਾ ਦੌਰ ਹੈ ਨਾ ਅੱਜ ਕੱਲ੍ਹ ਜੀ, ਮੈਂ ਸਮੁੱਚੇ ਭਾਰਤ ਦੀ ਗੱਲ ਨਹੀਂ ਕਰਾਂਗਾ, ਮੇਰਾ ਖਿਆਲ ਸਮੁੱਚੀ ਦੁਨੀਆ ਦੇ ਵਿੱਚ ਜਿਹੜਾ ਇੱਕ ਦੌਰ ਚੱਲ ਰਿਹਾ ਹੈ, ਉਹ ਦੌਰ ਦੇ ਵਿੱਚ ਜਿਹੜੇ ਕੰਜ਼ਰਵੇਟਿਜ਼ਮ ਹੈ, ਜਿਹੜੇ ਰੂੜੀਵਾਦੀ ਖਿਆਲ ਨੇ ਜੀ, ਜਿਹੜੀ ਇੱਕ ਪਾਸੜ ਸੋਚ ਹੈ, ਉਸ ਦੀ ਭਰਮਾਰ ਹੈ। ਇਹ ਗੱਲ ਠੀਕ ਹੈ ਕਿ ਅੱਜ ਭਾਰਤ ਦੇ ਵਿੱਚ ਜੋ ਸਿਸਟਮ ਚੱਲ ਰਿਹਾ ਉੱਥੇ ਜਿਹੜਾ ਪ੍ਰਤੱਖ ਨਜ਼ਰ ਆ ਰਿਹਾ, ਬਿਲਕੁਲ, ਲੇਕਿਨ ਮੈਂ ਸਮਝਦਾ ਕਿ ਕਿਸੇ ਵੀ ਮੁਆਸ਼ਰੇ ਲਈ, ਕਿਸੇ ਵੀ ਸੁਸਾਇਟੀ ਲਈ ਇਹ ਕੋਈ ਚੰਗੀ ਗੱਲ ਨਹੀਂ। ਬਿਲਕੁਲ, ਇਹ ਘਾਤਕ ਹੁੰਦਾ ਹੈ। ਇਹ ਭਾਵੇਂ ਤੁਸੀਂ ਕਿਸੇ ਮੁਲਕ ਦੇ ਬਾਰੇ ਕਹੋ, ਭਾਵੇਂ ਕਿਸੇ ਪਰਿਵਾਰ ਦੇ ਬਾਰੇ ਕਹੋ, ਸਮਾਜ ਦੀ ਗੱਲ ਕਰ ਲਓ, ਸਮਾਜਿਕ ਤੌਰ ਤੇ ਧਰਮ ਦਾ ਤਾਂ ਖੈਰ ਜਿਹੜਾ ਉਹ ਸਭ ਤੋਂ ਘਾਤਕ ਹੁੰਦਾ ਹੈ। ਲੇਕਿਨ ਭਾਰਤ ਦੇ ਵਿੱਚ ਜਿਹੜੀ ਦੁੱਖ ਦੀ ਗੱਲ ਇਹ ਹੈ ਕਿ ਇਹ ਜਿਹੜੀ ਰੂੜੀਵਾਦੀ ਸੋਚ ਹੈ, ਇਹ ਧਾਰਮਿਕ ਤੇ ਰਾਜਨੀਤਿਕ ਬਿਲਕੁਲ ਦੋਨਾਂ ਖੇਤਰਾਂ ਦੇ ਵਿੱਚ ਇਸ ਵੇਲੇ ਮੈਨੂੰ ਲੱਗਦਾ ਕਿ ਐਕਸਟ੍ਰੀਮ ਤੇ ਹੈ, ਸਿਖਰ ਤੇ ਹੈ। ਔਰ ਭਾਰਤ ਦੀ ਮੇਰੀ ਆਪਣੀ ਇਹ ਸੋਚ ਇਹ ਕਹਿੰਦੀ ਹੈ ਕਿ ਸ਼ਾਇਦ ਭਾਰਤ ਦੇ ਲਈ ਵੀ ਇਹ ਫਿਊਚਰ ਦੇ ਵਿੱਚ ਕੋਈ ਚੰਗੀ ਗੱਲ ਨਹੀਂ ਜੀ। ਭਾਜੀ ਬਹੁਤ ਵਧੀਆ ਲੱਗਿਆ ਜੀ, ਤੁਸੀਂ ਵੱਖ-ਵੱਖ ਮੁੱਦਿਆਂ ਦੇ ਉੱਪਰ ਬੜੀ ਬੇਬਾਕੀ ਦੇ ਨਾਲ ਗੱਲਬਾਤ ਕੀਤੀ ਆ। ਸਮਾਂ ਕਹਿ ਰਿਹਾ ਵੀ ਪ੍ਰੋਗਰਾਮ ਨੂੰ ਸਮੇਟਿਆ ਜਾਵੇ, ਸੋ ਆਪ ਤੋਂ ਲੈਂਦੇ ਹਾਂ ਇਜਾਜ਼ਤ। ਬਹੁਤ ਬਹੁਤ ਧੰਨਵਾਦ। ਬਹੁਤ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਨ ਸਰਦਾਰ ਗੁਰਿੰਦਰ ਸਿੰਘ ਜੀ, ਜਿਹੜੇ ਕਿ ਪੰਜਾਬੀ ਨੈਸ਼ਨਲ ਟੈਲੀਵਿਜ਼ਨ ਦੀ ਟੀਮ ਦੇ ਅਹਿਮ ਮੈਂਬਰ ਹਨ।
ਵੱਖ-ਵੱਖ ਮੁੱਦਿਆਂ ਦੇ ਉੱਪਰ ਗੱਲਬਾਤ ਕੀਤੀ ਹੈ। ਆਸ ਕਰਦੇ ਹਾਂ ਕਿ ਇਹ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਆਉਣ ਵਾਲੇ ਐਪੀਸੋਡਸ ਦੇ ਵਿੱਚ ਐਡਮਿੰਟਨ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦੇ ਮਾਹਰਾਂ ਨਾਲ ਤੁਹਾਨੂੰ ਮਿਲਾਉਣ ਦਾ ਯਤਨ ਕਰਾਂਗੇ। ਮੈਨੂੰ ਮਨਜੀਤ ਸਿੰਘ ਫਿਰੋਮਾਨ ਨੂੰ ਐਡਮਿੰਟਨ ਸਟੂਡੀਓ ਤੋਂ ਦਿਓ ਜੀ ਇਜਾਜ਼ਤ। ਧੰਨਵਾਦ।